ਜਿਸਨੂੰ ਮਤਿ ਆਵੇ ਸੋ ਸਤਿਗੁਰ ਮਹਿ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ। ਮਹਿਲਾ ਤੀਜਾ। ਗੌੜੀ ਬੈਰਾਗਣ जैसी धरती ऊपर मेघुल बरसत है क्या धरती मध्य पानी नहीं। जैसे धरती मध्य पानी पर गासिया बिन पगा बरसत फेराही। बाबा तू ऐसे परम चुकाही जो किश करत है सोई कोई है रे। तैसे जाए समाही रहा। इस्तरी पुरख होए कै क्या ओए कर्म कमाही। नाना रूप सदा है तेरे तुझहि माहे समाही। इतने जन्म भूल परे से जहाँ पाया तां भूले नाही। जहाँ का कारज सोई पर जाने
जे गुर कै शब्द समाही तेरा शब्द तू है आपे परम कहाही नानक तत तत स्यों मिलिया पुनरप जन्म न आही तेरा शब्द तू है आपे परम कहाही नानक तत तत स्यों मिलिया पुनरप जन्म न आही। वाहिगुरु जी का खालसा वाहिगुरु जी की फतेह। गौड़ी बैरागन राग अंदर तीजे पातशाह गुरु अमरदास महाराज जी का यह पावन शब्द 162 अंग ते दर्ज है। इस शब्द के विचार भाई रजिंदर सिंह जी हैड ग्रंथी आप जी नूं सरवण करवाउणगे। अमृत संचार हर ऐतवार 11 बजे हुंदा है। गुरु घर की सेवा दे विच गुरु के लंगरां वास्ते रसद कड़ा प्रसाद की देग वास्ते देसी घ्यो बाला साहब हॉस्पिटल वास्ते कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। घरां दे विच पंजाबी बोलिया करो, बच्चों नूं गुरमुखी पढ़ाओ ताकि साडे बच्चे गुरु ग्रंथ साहब महाराज जी दे चरनी लग सकन। 8वें पातशाह बाला प्रीतम सतगुरु गुरु हरकृष्ण साहब महाराज जी का प्रकाश गुरपुरब 11 तरीक 11 जुलाई नूं है। 10 तरीक रात दे विशेष समागम हर साल की तरह सरोवर की परिक्रमा विच होणगे। आप सारिਆਂ नूं बेनती है कि आप गुरु हरकृष्ण साहब महाराज दियां बख्शिशां पुंजदे हाँ। गुरु महाराज दे प्रति शरधा भावना सत्कार प्रगट करदिआं मन बनाइए कि गुरु का गुरपुरब मनाउणा है। जिथे जिथे भी दुनिया विच रहने हो भावें 1-2 दिन का अग्गा पिछा करके जदों भी संगत का इकट्ठ हो बहुत हो सकता होवे सानू सारे गुरुआं दे गुरपुरब मनाने चाहिए ने, बजाए कि बच्चों के जन्मदिन विआह दियां सालगिरह बजुर्गों दियां बरसियां। हुण ते लोग घर दे जानवरां पंछियां दे भी दिन मनाउंदे ने। इस पश्चिमी सभ्यता तो सानू बचना चाहिए। जदों गुरु दे गुरपुरब मनावांगे साडे सारे ही जन्मदिन मन्ने जाणगे, सारियां बजुर्गों दियां बरसियां मन्नियां जाणगियां। लख खुशियां पातशाहियां जे सतगुर नदर करे। जदों गुरु की नदर होएगी
ਸਾਡੇ ਪਿੱਤਰ ਵੀ ਖੁਸ਼ ਹੋਣਗੇ, ਅਸੀਂ ਵੀ ਖੁਸ਼ ਰਵਾਂਗੇ, ਸਾਡੇ ਘਰ ਦੀ ਸੁੱਖ ਸਮਰਿੱਧੀ ਵੀ ਠੀਕ ਹੋਏਗੀ। ਸੋ ਆਓ ਗੁਰਪੁਰਬ ਦੇ ਸਮੇਂ ਵੀ ਆਪਾਂ ਤਨ ਮਨ ਧਨ ਨਾਲ ਸੇਵਾ ਕਰੀਏ। ਅਗਲੇ ਸਮੇਂ ਵਾਸਤੇ ਭਾਈ ਰਜਿੰਦਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਪਾਸੋਂ ਗੁਰਬਾਣੀ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਐ ਚੂਕੈ ਸਭ ਸੋਗ ਸੰਤਾਪੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਿਤਾ, ਤਿਨਾਂ ਦੀ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁੜ ਬੈਠੇ ਗੁਰੂ ਸਵਾਰੇ ਗੁਰਮੁਖ ਸਤ ਸੰਗੀਓ, ਸਾਹਿਬਾਂ ਦੀ ਅਪਾਰ ਕਿਰਪਾ ਹੈ। ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਾਹਿਬੇ ਕੁਲ ਆਲਮ, ਸਰਵਰੇ ਕਾਇਨਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦਾ ਆਨੰਦ ਮਾਣਦੇ ਹੋਏ ਆਸਾ ਦੀ ਵਾਰ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤੇ ਨੇ। ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਨੇ ਅੱਜ ਜਿਸ ਸ਼ਬਦ ਦੀ ਵਿਚਾਰ ਸਾਂਝੀ ਕਰਨੀ ਹੈ, ਉਸ ਦਾ ਮੂਲ ਪਾਠ ਆਪ ਜੀ ਨੂੰ ਸਰਵਣ ਕਰਾਇਆ ਹੈ। ਬਹੁਤ ਠਰਮੇ ਤੇ ਠਹਿਰਾਓ ਦੇ ਨਾਲ ਇਹ ਸ਼ਬਦ ਆਪ ਜੀ ਨੂੰ ਸਰਵਣ ਕਰਾਇਆ ਹੈ। ਜਿਸ ਤਰ੍ਹਾਂ ਦੇ ਨਾਲ ਸ਼ਬਦ ਪੜ੍ਹਿਆ ਗਿਆ ਹੈ, ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਬਹੁਤਾ ਕੁਝ ਸਮਝਾਉਣ ਦੀ ਜ਼ਰੂਰਤ ਪਵੇ, ਕਿਉਂਕਿ ਪਾਠ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਸਹਿਜ ਦੇ ਵਿੱਚ ਠਹਿਰਾਓ ਰਹਾਓ ਵਿਸ਼ਰਾਮ ਦੇ ਕੇ ਕਰਦੇ ਹਾਂ ਤਾਂ ਆਪਣੇ ਆਪ ਹੀ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ। ਆਓ ਬੜੇ ਪਿਆਰ ਦੇ ਨਾਲ ਇਸ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨਾਲ ਜੁੜਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਅਤੇ ਟਿਕਾਓ ਵਾਸਤੇ ਕਰੋ ਰਸਨਾ ਪਵਿੱਤਰ। ਆਖੋ ਸਤਨਾਮ ਵਾਹਿਗੁਰੂ, ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਪਾਵਨ ਸ਼ਬਦ 162 ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ।
ਸ਼ਬਦ ਦਾ ਜੋ ਸਿਰਲੇਖ ਮਹਿਲਾ ਤੀਜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਤੀਸਰੇ ਸਰੂਪ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਅੱਗੇ ਹੈ ਗੌੜੀ ਬੈਰਾਗਣ। ਗੌੜੀ ਰਾਗ ਮੁੱਖ ਰਾਗ ਹੈ ਤੇ ਬੈਰਾਗਣ ਇਹ ਮਿਸ਼ਰਤ ਰਾਗ ਹੈ। ਦੋ ਰਾਗਾਂ ਨੂੰ ਕੰਬਾਈਨ ਕਰਕੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਗੌੜੀ ਦੇ ਅੰਦਰ ਕਾਫੀ ਪ੍ਰਕਾਰਾਂ ਜਿਹੜੀਆਂ ਨੇ ਗੌੜੀ ਰਾਗ ਦੀਆਂ, ਗੌੜੀ ਗੁਆਰੇਰੀ, ਜਿਸ ਤਰ੍ਹਾਂ ਗੌੜੀ ਦੀਪਕੀ, ਅਨੇਕ ਲਗਭਗ 28 ਪ੍ਰਕਾਰਾਂ ਨੇ ਗੌੜੀ ਰਾਗ ਦੇ ਅੰਦਰ, ਜੋ ਮਿਸ਼ਰਤ ਰਾਗਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਕੁਝ ਸ਼ਬਦਾਂ ਨੂੰ ਗਾਇਨ ਕਰਨ ਦੀ ਹਦਾਇਤ ਕੀਤੀ ਹੈ, ਜੋ ਰਾਗ ਲੈ ਪੱਧਤੀ ਦੇ ਨਾਲ ਸੰਬੰਧ ਰੱਖਦੇ ਨੇ। ਗੌੜੀ ਬੈਰਾਗਣ ਇੱਕ ਰਾਗ ਨਹੀਂ ਹੈ, ਦੋ ਰਾਗਾਂ ਨੂੰ ਮਿਸ਼ਰਤ ਕਰਕੇ ਕੰਬਾਈਨ ਕਰਕੇ ਜਿਹੜਾ ਹੈ ਉਹ ਗਾਇਨ ਕਰਨ ਦੀ ਹਦਾਇਤ ਹੈ ਇਹ, ਕਿ ਇਸ ਸ਼ਬਦ ਨੂੰ ਇਹਨਾਂ ਦੋਨਾਂ ਰਾਗਾਂ ਦੇ ਵਿੱਚ ਗਾਇਨ ਕੀਤਾ ਜਾਵੇ। ਉਹ ਕੁਝ ਕੀਰਤਨੀਏ ਨੇ ਜੋ ਇਹ ਸੋਝੀ ਰੱਖਦੇ ਨੇ। ਬਹੁਤੇ ਕੀਰਤਨੀਏ ਤੇ ਅੱਜ ਕੱਲ੍ਹ ਫਿਲਮੀ ਤਰਜ਼ਾਂ ਤੇ ਹੋਰ ਗਾਣਿਆਂ ਦੇ ਉੱਪਰ ਗਾਇਨ ਕਰਨ ਦੇ ਵਿੱਚ ਆਪਣੀ ਸ਼ਾਨ ਸਮਝਣ ਲੱਗ ਪਏ ਨੇ। ਕੋਈ ਸਮਾਂ ਹੁੰਦਾ ਸੀ ਜਿਸ ਵਕਤ ਫਿਲਮਾਂ ਵਾਲੇ ਜਿਹੜੇ ਸਨ, ਜਿਨ੍ਹਾਂ ਨੂੰ ਬੰਬਈ ਬਾਲੀਵੁੱਡ ਵਗੈਰਾ ਸ਼ਬਦਾਂ ਨਾਲ ਲੋਕੀ ਨਾਮ ਲੈਂਦੇ ਨੇ, ਉਹ ਦਰਬਾਰ ਸਾਹਿਬ ਆਉਂਦੇ ਸਨ, ਵੱਡੇ ਵੱਡੇ ਸੰਗੀਤਕਾਰ ਉੱਥੋਂ ਕੀਰਤਨ ਸਰਵਣ ਕਰਦੇ ਸਨ। ਕਈ ਵਾਰ ਤੁਸੀਂ ਸੁਣਿਆ ਹੋਵੇਗਾ ਰਾਗੀਆਂ ਜਾਂ ਐਸੇ ਲੋਕਾਂ ਦੇ ਮੁਖ ਤੋਂ, ਕੀਰਤਨੀਆਂ ਦੇ ਮੁਖ ਤੋਂ, ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਬੈਠ ਕੇ ਜਾਂ ਅੰਦਰ ਬੈਠ ਕਰਕੇ, ਤੇ ਉਹ ਕਹਿੰਦੇ ਸਨ ਕਿ ਅਸੀਂ ਇੱਥੋਂ ਸਰਵਣ ਕਰਕੇ ਤੇ ਉੱਥੇ ਜਾ ਕੇ ਤਾਨਾਂ ਤਰਜ਼ਾਂ ਜਿਹੜੀਆਂ ਨੇ ਉਹ ਬਣਾਉਂਦੇ ਹਾਂ। ਪਰ ਅੱਜ ਅਸੀਂ ਦੇਖਦੇ ਹਾਂ ਕਿ ਕੰਮ ਜਿਹੜਾ ਹੈ ਉਹ ਉਲਟਾ ਹੋਣ ਲੱਗ ਪਿਆ ਹੈ। ਖੈਰ, ਇਹਦੇ ਵਿੱਚ ਰਾਗ ਵਿੱਦਿਆ ਜਿਹੜੀ ਇੱਕ ਮਿਹਨਤ ਮੰਗਦੀ ਹੈ, ਇਹ ਤਪੱਸਿਆ ਹੈ, ਜਿਹਦੇ ਵਿੱਚ ਕਾਫੀ ਸਮਾਂ ਜਿਹੜਾ ਹੈ ਉਹ ਲਗਾਉਣਾ ਪੈਂਦਾ ਹੈ। ਲੈਅ-ਬੱਧ, ਰਾਗ-ਬੱਧ, ਤਾਲ-ਬੱਧ, ਇਹ ਕੀਰਤਨ ਜਿਹੜਾ ਪਾਰੰਪਰਿਕ ਸਾਡਾ ਵਿਰਸਾ ਹੈ, ਇਸ ਨੂੰ ਸੰਭਾਲਣ ਦਾ ਯਤਨ ਵੀ ਕਰਨਾ ਚਾਹੀਦਾ ਹੈ, ਇਹਦੇ ਉੱਪਰ ਕੰਮ ਵੀ ਕਰਨ ਦੀ ਲੋੜ ਹੈ, ਤੇ ਕੀਰਤਨੀਆਂ ਨੂੰ ਖਾਸ ਕਰਕੇ ਇਹਦੇ ਉੱਪਰ ਧਿਆਨ ਦੇਣ ਦੀ ਲੋੜ ਹੈ। ਤੇ ਮੈਂ ਬੇਨਤੀ ਕਰਾਂ ਕਿ ਖਾਲੀ ਕੀਰਤਨੀਆਂ ਨੂੰ ਹੀ ਨਹੀਂ, ਸਾਨੂੰ ਸੁਣਨ ਵਾਲਿਆਂ ਨੂੰ ਵੀ ਥੋੜ੍ਹਾ ਠਰਮਾ, ਸਬਰ ਜਿਹੜਾ ਹੈ ਉਹ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਅਸੀਂ ਖੁਦ ਹੀ ਕਹਿਣ ਲੱਗ ਪੈਂਦੇ ਹਾਂ ਜੀ ਰਾਗ ਦੀ ਤੇ ਸਮਝ ਨਹੀਂ ਆਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਗਾਂ ਦੇ ਵਿੱਚ ਰਬਾਬ ਦੇ ਨਾਲ ਕੀਰਤਨ ਕੀਤਾ। ਇਹ ਸਾਡੀ ਮਰਜ਼ੀ ਹੈ ਕਿ ਸਾਨੂੰ ਸਮਝ ਨਹੀਂ ਆਈ ਤੇ ਅਸੀਂ ਸੁਣਨਾ ਹੀ ਨਹੀਂ। ਸਾਡੀ ਮਰਜ਼ੀ ਹੋਊਗੀ ਤੇ ਅਸੀਂ ਰਾਗ ਸੁਣਾਂਗੇ, ਨਹੀਂ ਮਰਜ਼ੀ ਹੋਊਗੀ ਤੇ ਨਹੀਂ ਸੁਣਾਂਗੇ ਜੀ। ਸਾਡੀ ਮਰਜ਼ੀ ਦਾ ਸਾਨੂੰ ਕੀਰਤਨ ਸੁਣਾਓ, ਨਹੀਂ, ਇਹ ਸਿੱਖ ਦਾ ਕੰਮ ਨਹੀਂ ਹੈ ਵੀ ਸਾਡੀ ਮਰਜ਼ੀ ਦੀਆਂ ਤਾਨਾਂ ਤੇ ਸਾਡੀ ਮਰਜ਼ੀ ਦੀਆਂ ਟਿਊਨਾਂ ਦੇ ਵਿੱਚ ਸਾਨੂੰ ਕੀਰਤਨ ਸੁਣਾਓ, ਅਸੀਂ ਕੀਰਤਨੀਆਂ ਨੂੰ ਕਹੀਏ। ਸਿੱਖ ਦਾ ਕੰਮ ਹੈ ਗੁਰੂ ਦੇ ਸ਼ਬਦ ਨੂੰ ਸੁਣਨਾ, ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਸੁਣਾਇਆ ਹੈ। ਜੇ ਇਸ ਤਰ੍ਹਾਂ ਸੁਣ ਲਈਏ ਐਜ਼ ਇਟ ਇਜ਼, ਜਿਸ ਤਰ੍ਹਾਂ ਪਰੰਪਰਾ ਚੱਲੀ ਆ ਰਹੀ ਹੈ ਗੁਰੂ ਸਾਹਿਬ ਜੀ ਦੇ ਵੇਲੇ ਤੋਂ, ਰਾਗਾਂ ਦੇ ਵਿੱਚ ਤੇ ਪੁਰਾਤਨ ਸਾਜ਼ਾਂ ਦੇ ਨਾਲ, ਹੁਣ ਤਾਂ ਪਰੰਪਰਾ ਮੁੱਕਦੀ ਜਾ ਰਹੀ ਹੈ, ਖਤਮ ਹੁੰਦੀ ਜਾ ਰਹੀ ਹੈ। ਸਾਨੂੰ ਸੰਗਤ ਨੂੰ ਵੀ ਇਹਦੇ ਵਾਸਤੇ ਜਿਹੜਾ ਹੈ ਉਹ ਥੋੜ੍ਹਾ ਜਿਹਾ ਉੱਦਮ ਕਰਨਾ ਪਵੇਗਾ। ਅਸੀਂ ਛੱਡ ਦਈਏ ਫਿਲਮਾਂ ਵੇਖ ਵੇਖ ਕੇ, ਸਾਡਾ ਮਨ, ਸੁਰਤੀਆਂ ਜਿਹੜੀਆਂ ਨੇ ਉੱਥੇ ਹੀ ਉਹਨਾਂ ਗਾਣਿਆਂ ਦੇ ਉੱਪਰ ਟਿਕੀਆਂ ਹੁੰਦੀਆਂ, ਉਹ ਗਾਣਿਆਂ ਦੀਆਂ ਧੁਨਾਂ ਵੱਜਦੀਆਂ ਨੇ ਤੇ ਅਸੀਂ ਨਾਲ ਨਾਲ ਸਿਰ ਹਿਲਾਉਂਦੇ ਹਾਂ। ਮਾਫ਼ ਕਰਨਾ ਮੈਨੂੰ, ਇਹ ਕਹਿਣਾ ਪੈਂਦਾ ਹੈ। ਬਹੁਤ ਸਾਰੇ ਐਸੇ
ਵੰਨਗੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜਿਹੜੀਆਂ ਕਦੇ ਤੁਸੀਂ ਕਿੱਧਰੇ ਨਹੀਂ ਸੁਣੀਆਂ ਹੋਣਗੀਆਂ। ਜਦੋਂ ਕੀਰਤਨੀਏ ਉਹਨਾਂ ਨੂੰ ਲੈ ਕੇ ਆਉਂਦੇ ਨੇ ਸੰਗਤਾਂ ਦੇ ਸਾਹਮਣੇ, ਤਾਂ ਤੁਸੀਂ ਆਪ ਵੀ ਉਸ ਦਾ ਆਨੰਦ ਮਾਣੋਗੇ। ਕੀਰਤਨੀਏ ਅਸੀਂ ਸਾਰੇ ਹੀ ਇਸ ਬਾਣੀ ਦਾ ਜਿਹੜਾ ਹੈ ਲਾਹਾ ਜਿਹੜਾ ਹੈ ਉਹ ਖੱਟ ਸਕਦੇ ਹਾਂ, ਪ੍ਰਾਪਤ ਕਰ ਸਕਦੇ ਹਾਂ। ਖੈਰ, ਇਹ ਦੋਨਾਂ ਮਿਸ਼ਰਤ ਰਾਗਾਂ ਦੇ ਵਿੱਚ, ਗੌੜੀ ਤੇ ਬਰਾਗਣ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕੀਤਾ ਗਿਆ ਹੈ। ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਨੇ, ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਹੀ। ਰਹਾਉ, ਇਹ ਰਹਾਉ ਦੀ ਪੰਕਤੀ ਹੈ। ਬਾਬਾ ਸੰਬੋਧਨ ਹੈ ਸ਼ਬਦ, ਜਿਵੇਂ ਭਾਈ ਸ਼ਬਦ ਸੰਬੋਧਨ ਹੈ, ਬਾਬਾ ਸ਼ਬਦ ਸੰਬੋਧਨ ਹੈ। ਬਹੁਤ ਵਾਰ ਇਹ ਸ਼ਬਦ ਜਿਹੜਾ ਹੈ, ਇਹ ਜਦੋਂ ਵੀ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਤਾਂ ਇਹ ਸ਼ਬਦ ਜਿਹੜਾ ਹੈ ਸੰਬੋਧਨ ਰੂਪ ਦੇ ਵਿੱਚ ਵਰਤਦੇ ਨੇ। ਇਹਦਾ ਮਤਲਬ ਹੈ, ਹੇ ਭਾਈ ਤੂੰ ਐਸੇ ਭਰਮ ਚੁਕਾਹੀ। ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ ਕਿ ਭਾਈ, ਇਹਦਾ ਮਤਲਬ ਹੈ ਕਿ ਕੋਈ ਭਰਮ ਹੈ ਬੰਦੇ ਦੇ ਮਨ ਦੇ ਵਿੱਚ, ਮਨੁੱਖ ਦੇ ਮਨ ਦੇ ਵਿੱਚ, ਜਿਸ ਨੂੰ ਗੁਰੂ ਸਾਹਿਬ ਸਾਨੂੰ ਨਿਰਦੇਸ਼ ਦੇ ਰਹੇ ਨੇ ਕਿ ਤੂੰ ਇਸ ਤਰ੍ਹਾਂ ਦੂਰ ਕਰ ਸਕਦਾ ਹੈ। ਇਸ ਤਰ੍ਹਾਂ ਤੇਰੇ ਮਨ ਦਾ ਭਰਮ ਜਿਹੜਾ ਹੈ, ਆਹ ਗੱਲ ਸਮਝ ਕੇ ਤੇਰੇ ਮਨ ਦਾ ਭਰਮ ਜਿਹੜਾ ਹੈ ਦੂਰ ਹੋ ਸਕਦਾ ਹੈ, ਮੁੱਕ ਸਕਦਾ ਹੈ। ਚੁਕਾਹੀ ਦਾ ਮਤਲਬ ਹੈ ਦੂਰ ਹੋਣਾ। ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ। ਜੋ ਵੀ ਕੋਈ ਕੁਛ ਹੋ ਰਿਹਾ ਹੈ ਸੰਸਾਰ ਦੇ ਵਿੱਚ, ਉਹ ਕੌਣ ਕਰ ਰਿਹਾ ਹੈ? ਉਹ ਬੰਦਾ ਸਮਝੇ ਕਿ ਮੈਂ ਕਰ ਰਿਹਾ ਹਾਂ। ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ। ਕੋਈ ਬੰਦਾ ਕਵੇ ਕਿ ਇਹ ਕੰਮ ਜਿਹੜਾ ਮੈਂ ਕਰ ਰਿਹਾ ਹਾਂ, ਕਹਿੰਦੇ ਨਹੀਂ, ਇਹ ਭੁਲੇਖਾ ਹੈ ਕਿ ਬੰਦਾ ਕਰ ਰਿਹਾ ਹੈ। ਜਦੋਂ ਅਸੀਂ ਤੱਤ ਤੱਕ ਪਹੁੰਚਾਂਗੇ, ਅੰਦਰ ਤੱਕ ਪਹੁੰਚਾਂਗੇ, ਸਚਾਈ ਤੱਕ ਪਹੁੰਚਾਂਗੇ, ਤੇ ਸਮਝ ਆਵੇਗੀ ਕਿ ਕਰਨ ਤੇ ਕਰਾਉਣ ਵਾਲਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੀ ਹੈ। ਐਸੇ ਭਰਮ ਚੁਕਾਹੀ। ਹੇ ਮਨੁੱਖ, ਤੂੰ ਇੱਦਾਂ ਆਪਣੇ ਮਨ ਦਾ ਭਰਮ ਦੂਰ ਕਰ ਸਕਦਾ ਹੈ ਕਿ ਤੂੰ ਕੋਈ ਕੁਛ ਵੀ ਨਹੀਂ ਹੈ। ਇਹਦਾ ਮਤਲਬ ਜਿਹੜਾ ਹੈ, ਇਹ ਸਮਝਣ ਦਾ ਯਤਨ ਕਰਿਓ। ਬੰਦਾ ਹਰ ਗੱਲ ਦੇ ਵਿੱਚ ਆਪਣੇ ਆਪ ਨੂੰ ਕਹਿੰਦਾ ਹੈ ਮੈਂ ਹੀ ਕਰਦਾ, ਮੈਂ ਹੀ ਕਰਾਉਂਦਾ, ਮੇਰੇ ਤੋਂ ਬਿਨਾਂ ਤਾਂ ਕੋਈ ਕਰਨ ਵਾਲਾ ਹੀ ਨਹੀਂ ਹੈ। ਕੋਈ ਚੰਗਾ ਕੰਮ ਹੋਵੇ ਤੇ ਆਂਦਾ ਮੈਂ ਕਰਦਾ ਹਾਂ, ਮੈਂ ਕਰਾਉਂਦਾ ਹਾਂ। ਕੋਈ ਮੁਨਾਫੇ ਵਾਲਾ ਹੋਵੇ, ਕੋਈ ਲਾਭ ਵਾਲਾ ਹੋਵੇ, ਕੋਈ ਸ਼ੋਭਾ ਵਾਲਾ, ਵਡਿਆਈ ਵਾਲਾ, ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋਵੇ, ਤੇ ਹਰ ਬੰਦਾ ਜਿਹੜਾ ਹੈ ਉਹ ਆਪਣੀ ਮੋਹਰ ਉਹਦੇ ਉੱਪਰ ਲਾਉਂਦਾ ਹੈ, ਮੈਂ ਕਰਦਾ ਹਾਂ, ਮੈਂ ਕਰਨ ਵਾਲਾ ਹਾਂ, ਮੈਂ ਨਾ ਹੁੰਦਾ ਤੇ ਇਹ ਹੋਣਾ ਨਹੀਂ ਸੀ। ਇਹ ਮੈਂ ਜਿਹੜੀ ਹੈ, ਇਹ ਹਉਮੈ ਜਿਹੜੀ ਹੈ, ਇਹ ਬੰਦੇ ਦੇ ਅੰਦਰ ਬੈਠੀ ਹੋਈ ਹੈ, ਕਰਤਾ ਭਾਵ ਬੈਠਾ ਹੋਇਆ ਹੈ। ਤੇ ਜਦੋਂ ਕੋਈ ਮਾੜਾ ਹੋ ਜਾਵੇ, ਕੋਈ ਭੈੜਾ ਕਰਮ ਹੋ ਜਾਵੇ, ਕੋਈ ਲਾਭ ਵਾਲਾ ਨਾ ਹੋਵੇ, ਫਿਰ ਉੱਥੋਂ ਆਂਦਾ ਹੈ ਇਹ ਦੂਜੇ ਨੇ ਕਰਾਇਆ ਹੈ, ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ, ਮੈਂ ਕੁਝ ਨਹੀਂ ਕੀਤਾ ਇਹਦੇ ਵਿੱਚ। ਪਰ ਜਿਹੜਾ ਕੰਮ ਲਾਭ ਤੇ ਸ਼ੋਭਾ ਵਾਲਾ ਹੋਵੇ, ਉਹ ਆਪ ਨਾ ਵੀ ਕੀਤਾ ਹੋਵੇ, ਕੋਈ ਦੇਣਾ ਲੈਣਾ ਨਾ ਵੀ ਹੋਏ ਉਹਦੇ ਨਾਲ, ਤਾਂ ਵੀ ਕੋਸ਼ਿਸ਼ ਕਰਦਾ ਹੈ ਕਿ ਇਹਦਾ ਕ੍ਰੈਡਿਟ ਜਿਹੜਾ ਹੈ ਉਹ ਮੈਨੂੰ ਮਿਲ ਜਾਵੇ। ਇਹ ਬੰਦੇ ਦੀ ਫਿਤਰਤ ਹੈ। ਇੱਕ ਹੀ ਮਹਾਰਾਜ ਕਹਿੰਦੇ ਨੇ, ਇਹਦੇ ਵਿੱਚ ਜਦੋਂ ਅਸੀਂ ਆਸਾ ਦੀ ਵਾਰ ਦੇ ਸ਼ਬਦ ਪੜ੍ਹਦੇ ਹਾਂ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ,
ਹਉ ਵਿੱਚ ਗਿਆ, ਹਉ ਵਿੱਚ ਸੱਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ। ਹਉ ਵਿੱਚ ਹੱਸੇ, ਹਉ ਵਿੱਚ ਰੋਵੇ, ਹਉ ਵਿੱਚ ਭਰੀਏ, ਹਉ ਵਿੱਚ ਧੋਵੇ, ਹਉ ਵਿੱਚ ਜਾਤੀ ਜਿਨਸੀ ਖੋਵੇ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ। ਹਉਮੈ ਬੁੱਝੇ ਤਾਂ ਦਰ ਸੁਝੇ, ਗਿਆਨ ਵਿਹੂਣਾ ਕਥ ਕਥ ਲੁੱਝੇ। ਜੇ ਹਉਮੈ ਨੂੰ ਸਮਝ ਲਵੇ, ਜਿਹੜੀ ਇਹਦੇ ਥਾਂ ਥਾਂ ਤੇ ਬੈਠੀ ਹੋਈ ਹੈ, ਹਰ ਕੰਮ ਦੇ ਵਿੱਚ, ਹਰ ਕਰਮ ਦੇ ਵਿੱਚ ਬੈਠੀ ਹੋਈ ਹੈ, ਕੁਝ ਪ੍ਰਤੱਖ ਰੂਪ ਦੇ ਵਿੱਚ ਤੇ ਕੁਝ ਅਪ੍ਰਤੱਖ ਰੂਪ ਦੇ ਵਿੱਚ, ਕੁਝ ਗੁਪਤ ਰੂਪ ਦੇ ਵਿੱਚ, ਸੂਖਸ਼ਮ ਰੂਪ ਦੇ ਵਿੱਚ। ਬੰਦਾ ਧਰਮ ਕਰਮ ਵੀ ਕਰਦਾ ਹੈ, ਉਹਦੇ ਵਿੱਚ ਵੀ ਹਉਮੈ ਲਈ ਫਿਰਦਾ ਹੈ ਕਿ ਮੇਰੇ ਵਰਗਾ ਕੋਈ ਨਿਤਨੇਮੀ ਨਹੀਂ, ਮੇਰੇ ਵਰਗਾ ਕੋਈ ਪਾਠ ਨਹੀਂ ਕਰ ਸਕਦਾ, ਮੇਰੇ ਵਰਗਾ ਕੋਈ ਵਿਚਾਰ ਨਹੀਂ ਕਰ ਸਕਦਾ, ਮੇਰੇ ਵਰਗਾ ਕੋਈ ਕੀਰਤਨ ਨਹੀਂ ਕਰ ਸਕਦਾ, ਮੇਰੇ ਵਰਗੀ ਕੋਈ ਸੇਵਾ ਨਹੀਂ ਕਰ ਸਕਦਾ। ਜੋ ਮੈਂ ਕਰਦਾ ਹਾਂ ਮੇਰੇ ਵਰਗਾ ਹੋਰ ਕੋਈ ਵੀ ਨਹੀਂ ਹੈ। ਸੂਖਸ਼ਮ ਰੂਪ ਦੇ ਵਿੱਚ ਵੀ ਮੈਂ ਇੰਨੀ ਵਾਰ ਯਾਤਰਾ ਕਰ ਲਈ, ਇੰਨੀ ਵਾਰ ਮੈਂ ਫਲਾਨੀ ਥਾਂ 'ਤੇ ਚਲਾ ਗਿਆ, ਇੰਨੀਆਂ ਯਾਤਰਾਵਾਂ ਮੇਰੀਆਂ ਹੋ ਚੁੱਕੀਆਂ ਨੇ, ਕਰ ਚੁੱਕਿਆ ਹਾਂ ਮੈਂ, ਇੰਨੇ ਪੁੰਨ ਕਰਮ ਕੀਤੇ ਨੇ, ਇੰਨੇ ਦਾਨ ਕੀਤੇ ਨੇ, ਇੰਨਾ ਪੈਸਾ ਦਿੱਤਾ ਹੈ। ਥਾਂ ਥਾਂ ਦੇ ਉੱਪਰ ਮਨੁੱਖ ਦੇ ਅੰਦਰ ਹਉਮੈ ਜਿਹੜੀ ਹੈ ਉਹ ਬੈਠੀ ਹੋਈ ਹੈ। ਗੁਰੂ ਸਾਹਿਬ ਕਹਿੰਦੇ ਨੇ ਇਹ ਬੜਾ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਪਰ ਐਸਾ ਨਾ ਸਮਝਣਾ ਕਿ ਇਹਦਾ ਕੋਈ ਦਾਰੂ ਨਹੀਂ ਹੈ, ਇਹਦੀ ਕੋਈ ਦਵਾਈ ਨਹੀਂ ਹੈ। ਦਾਰੂ ਵੀ ਇਸ ਮਾਹੇ, ਇਹਦਾ ਦਵਾਈ ਵੀ ਹੈ, ਇਹਦੀ ਦਾਰੂ ਵੀ ਹੈ। ਉਹ ਕੀ ਹੈ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤੇ ਮਨੁੱਖ ਗੁਰੂ ਦੇ ਸ਼ਬਦ ਨੂੰ ਕਮਾਉਣ ਲੱਗ ਪਵੇ। ਜਿਵੇਂ ਜਿਵੇਂ ਗੁਰੂ ਹੁਕਮ ਕਰਦਾ ਹੈ, ਜਿਵੇਂ ਜਿਵੇਂ ਗੁਰੂ ਆਗਿਆ ਕਰਦਾ ਹੈ ਕਿ ਇਸ ਤਰ੍ਹਾਂ ਆਪਣਾ ਜੀਵਨ ਜੀਓ, ਇਸ ਤਰ੍ਹਾਂ ਦਾ ਆਪਣਾ ਜੀਵਨ ਬਣਾ। ਆਪਣੀ ਹਉਮੈ ਨੂੰ ਦੂਰ ਕਰਕੇ, ਆਪਾ ਭਾਵ ਮਿਟਾ ਕੇ ਨਿਮਰਤਾ ਰੱਖ, ਸਤ ਸੰਤੋਖ ਦਾ ਧਾਰਨੀ ਹੋ। ਜਿਵੇਂ ਜਿਵੇਂ ਗੁਰੂ ਦਾ ਸ਼ਬਦ, ਬਾਣੀ ਪੜ੍ਹੋਗੇ ਸ਼ਬਦਾਂ ਦੇ ਵਿੱਚ ਇਹ ਸਾਰਾ ਕੁਛ ਹੀ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ। ਇਸ ਤਰ੍ਹਾਂ ਜੀਵਨ ਜੀਓ, ਜਿਉਂ ਜਿਉਂ ਸ਼ੁਰੂ ਕਰ ਦਿੰਦਾ ਹੈ ਇਹ ਸ਼ਬਦ ਦੀ ਕਮਾਈ ਹੈ, ਕਮਾਉਣਾ ਆਪਣੇ ਜੀਵਨ ਦੇ ਵਿੱਚ। ਤੇ ਮਹਾਰਾਜ ਕਹਿੰਦੇ ਨੇ ਕਿ ਭਲਿਓ ਪੁਰਸ਼ੋ ਨਾਨਕ ਕਹੇ ਸੁਣੋ ਜਨੋ। ਕਹਿੰਦੇ ਇਸ ਤਰ੍ਹਾਂ ਇਤ ਸੰਜਮ ਦੁੱਖ ਜਾਹੇ। ਇਸ ਸੰਜਮ ਦੇ ਨਾਲ ਇਹ ਦੁੱਖ ਚਲਿਆ ਜਾਂਦਾ ਹੈ, ਇਹ ਬਿਮਾਰੀ ਚਲੀ ਜਾਂਦੀ ਹੈ। ਇਹਨੂੰ ਬੁੱਝਣ ਤੋਂ ਬਿਨਾਂ, ਇਹਨੂੰ ਸਮਝਣ ਤੋਂ ਬਿਨਾਂ, ਹਉਮੈ ਬੁੱਝੇ ਤਾਂ ਦਰ ਸੁੱਝੇ। ਤਾਂ ਦਰ ਦੀ ਸੋਝੀ ਹੁੰਦੀ ਹੈ, ਵਾਹਿਗੁਰੂ ਦੇ ਦਰ ਦੀ ਸੋਝੀ ਉਨੀ ਦੇਰ ਤੱਕ ਨਹੀਂ ਹੁੰਦੀ ਜਿੰਨੀ ਦੇਰ ਤੱਕ ਅਸੀਂ ਸਮਝ ਨਾ ਲਈਏ। ਤੋ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਹਰ ਥਾਂ ਦੇ ਉੱਪਰ ਮੈਂ ਜਿੰਨੀ ਦੇਰ ਤੱਕ ਬੰਦਾ ਮੈਂ ਕਰਦਾ ਹੈ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ। ਇੱਕ ਵੀ ਇਹਦਾ ਕੰਮ ਨਹੀਂ ਸੌਰਦਾ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਜਦੋਂ ਮੇਰੀ ਮੇਰੀ ਮਿਟ ਜਾਂਦੀ ਹੈ, ਕਰਤਾ ਭਾਵ ਮੁੱਕ ਜਾਂਦਾ ਹੈ ਆਪਣੇ ਅੰਦਰੋਂ, ਮੈਂ ਕਰਦਾ ਹਾਂ, ਮੈਂ ਕਰਨ ਵਾਲਾ ਹਾਂ। ਇਹ ਮੈਂ ਮੇਰੀ ਮੇਰੀ ਜਦੋਂ ਮਿਟ ਜਾਂਦੀ ਹੈ, ਵਾਹਿਗੁਰੂ ਇਹਦੇ ਜੀਵਨ ਦਾ ਕਾਰਜ ਸਵਾਰ ਦਿੰਦਾ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਜਿੰਨੀ ਦੇਰ ਤੱਕ ਸਾਡੇ ਅੰਦਰ ਇਹ ਚੀਜ਼ ਸੀ ਨਾ, हे ਵਾਹਿਗੁਰੂ, ਉਨੀ ਦੇਰ ਤੱਕ ਤੂੰ ਨਹੀਂ ਸੀ ਸਾਖਿਆਤ ਅੰਦਰ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਪਰ ਹੁਣ ਉਹ ਗੱਲ ਨਹੀਂ ਰਹੀ, ਅਬ ਤੂੰ ਹੀ ਮੈਂ ਨਾਹੀਂ। ਉਹ ਗੱਲ ਮਿਟ ਗਈ ਹੈ, ਉਹ ਖਤਮ ਹੋ ਗਈ ਹੈ। वो जो बात हम तुम कश होते तिनकी बात बिलानी। वो जो बीच हम तुम कश होते तिनकी बात बिलानी। अलंकार मिल थैली होई है ताते कनक
ਵਖਾਨੀ। ਸੋਨੇ ਦੇ ਗਹਿਣਿਆਂ ਨੂੰ ਇਕੱਠਿਆਂ ਕਰਕੇ ਕੋਈ ਸੁਨਿਆਰਾ ਜਾਂ ਕੋਈ ਵਿਅਕਤੀ ਅੱਗ ਦੇ ਵਿੱਚ ਪਾ ਦੇਵੇ, ਪਿੰਗਲ ਕਰਕੇ ਕੀ ਬਣਦਾ ਹੈ? ਉਹ ਗਹਿਣੇ ਜਿਹੜੇ ਨੇ, ਬਚਦਾ ਕੀ ਹੈ? ਜਿਹੜੇ ਕੋਈ ਗਾਨੀ ਹੋਵੇ, ਚੈਨੀ ਹੋਵੇ, ਕੋਈ ਹੱਥ ਦੀ ਕੜਾ ਹੋਵੇ, ਕੰਨ ਦਾ ਬੀਬੀਆਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਗਹਿਣਾ ਹੋਵੇ, ਤਰ੍ਹਾਂ ਤਰ੍ਹਾਂ ਦੇ ਗਹਿਣੇ ਹੁੰਦੇ ਨੇ, ਉਹਨਾਂ ਨੂੰ ਪਿਘਲਾ ਦਿਓ ਤੇ ਕੀ ਬਣ ਜਾਂਦਾ ਹੈ? ਕੀ ਬਚਦਾ ਹੈ? ਗਹਿਣੇ ਬਚਦੇ ਨੇ, ਸੋਨਾ ਹੀ ਬਚਦਾ ਹੈ ਕਿ ਸੋਨੇ ਦੇ ਗਹਿਣੇ ਨੇ ਤੇ ਸੋਨਾ ਹੀ ਹੈ। ਇਸ ਤਰ੍ਹਾਂ ਇਹਨਾਂ ਦ੍ਰਿਸ਼ਟਾਂਤਾਂ ਦੇ ਨਾਲ ਸਮਝਾਇਆ ਹੈ ਮਹਾਰਾਜ ਨੇ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ। ਅਲੰਕਾਰ ਗਹਿਣੇ ਮਿਲ ਥੈਲੀ ਹੋਈ ਹੈ, ਉਹ ਮਿਲ ਕਰਕੇ ਉਹ ਜਦੋਂ ਉਹ ਗਹਿਣਿਆਂ ਦਾ ਜਿਹੜਾ ਰੂਪ ਹੈ ਉਹ ਮਿਟ ਜਾਂਦਾ ਹੈ, ਉਹ ਕੀ ਬਚਦਾ ਹੈ? ਕਨਕ ਵਖਾਨੀ। ਕਨਕ ਵਖਾਨਿਆ ਜਾਂਦਾ ਹੈ, ਸੋਨਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਮੈਂ ਮੇਰੀ ਬੰਦੇ ਦੇ ਅੰਦਰੋਂ ਮਿਟ ਜਾਂਦੀ ਹੈ ਤੇ ਅੰਦਰ ਕੀ ਬਚਦਾ ਹੈ? ਉਹ ਪਰਮਾਤਮਾ ਤੇ ਪਰਮਾਤਮਾ ਦਾ ਸਵਰੂਪ ਹੀ ਹੈ। ਉਹ ਮਨੁੱਖ ਰੱਬ ਦਾ ਰੂਪ ਹੀ ਹੋ ਜਾਂਦਾ ਹੈ। ਉਹਦੇ ਵਿੱਚੋਂ ਜੇ ਮੈਂ ਮੇਰੀ ਮਿਟ ਜਾਵੇ, ਖਤਮ ਹੋ ਜਾਵੇ, ਹੰਕਾਰ ਕਰਤਾ ਭਾਵ ਮੁੱਕ ਜਾਵੇ, ਖਤਮ ਹੋ ਜਾਵੇ, ਤੇ ਪਿੱਛੇ ਇਹੀ ਕੁਝ ਬਚਦਾ ਹੈ। ਗੁਰੂ ਸਾਹਿਬ ਜੀ ਨੇ ਇਸ ਪੂਰੇ ਸ਼ਬਦ ਦੇ ਵਿੱਚ ਇਸ ਗੱਲ ਨੂੰ ਜਿਹੜਾ ਹੈ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਸਮਝਾਇਆ ਹੈ। ਤੇ ਭਗਤ ਜੀ ਕਹਿੰਦੇ ਨੇ ਕਿ ਅਬ ਤੂੰ ਹੀ ਮੈਂ ਨਾਹੀਂ, ਹੇ ਵਾਹਿਗੁਰੂ ਹੁਣ ਤੂੰ ਹੀ ਹੈ, ਹੁਣ ਮੈਂ ਨਹੀਂ ਹਾਂ, ਮੈਂ ਮੇਰੀ ਨਹੀਂ ਰਹਿੰਦੀ ਅੰਦਰ। ਜਦੋਂ ਐਸੀ ਗੱਲ, ਐਸੇ ਤੱਤ ਦੀ ਸਮਝ ਆ ਜਾਵੇ, ਸੋਝੀ ਆ ਜਾਵੇ ਕਿ ਜੋ ਕੁਝ ਵੀ ਕਰਨ ਵਾਲਾ ਹੈ ਉਹ ਪਰਮਾਤਮਾ ਹੀ ਹੈ, ਵਾਹਿਗੁਰੂ ਹੀ ਹੈ, ਤੇ ਉਹ ਅਨੇਕ ਰੂਪ ਹੋ ਕਰਕੇ ਅਨੇਕ ਰੰਗਾਂ ਰੂਪਾਂ ਦੇ ਵਿੱਚ, ਜਾਤਾਂ ਜਨਸਾਂ ਦੇ ਵਿੱਚ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਇਹਨਾਂ ਮਹਾਵਾਕਾਂ ਅਨੁਸਾਰ ਆਪੇ ਹੀ ਵਰਤਣ ਵਾਲਾ, ਆਪੇ ਰਸੀਆ, ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਧਾਰ, ਰੰਗ ਰੱਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ। ਇਹ ਗੱਲ ਇਸ ਸ਼ਬਦ ਦੇ ਰਾਹੀਂ ਸਮਝਾਈ ਹੈ। ਕਹਿੰਦੇ ਮਹਾਰਾਜ ਕਿ ਤੂੰ ਇਸ ਤਰ੍ਹਾਂ ਆਪਣੇ ਅੰਦਰੋਂ ਭਰਮ ਨੂੰ ਦੂਰ ਕਰ। ਇਹ ਮਤ ਸਮਝ ਕਿ ਤੂੰ ਕੁਝ ਕਰਨ ਵਾਲਾ ਹੈ ਜਾਂ ਕੋਈ ਮਨੁੱਖ ਦੇ ਵੱਸ ਹੈ। ਮਨੁੱਖ ਦੇ ਵੱਸ ਕੁਝ ਵੀ ਨਹੀਂ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਭਗਵਾਨ, ਜਿਸਕੇ ਦੀਏ ਰਹੇ ਅਘਾਏ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਨਾ ਹੀ ਬੰਦੇ ਦੇ ਹੱਥ ਵੱਸ ਕੁਛ ਹੈ। ਜੇ ਬੰਦੇ ਦੇ ਹੱਥ ਵੱਸ ਹੀ ਕੁਛ ਨਹੀਂ ਹੈ ਤੇ ਫਿਰ ਐਵੇਂ ਹੀ ਪਿੱਛੇ ਲੱਗੇ ਫਿਰੀਏ। ਇਹ ਪਖੰਡਵਾਦ ਜਿਹੜਾ ਹੈ ਬੜਾ ਸਾਡੇ ਸਮਾਜ ਵਿੱਚ ਚੱਲਿਆ ਹੋਇਆ ਹੈ। ਕੁਛ ਕੁ ਬੰਦਿਆਂ ਨੂੰ ਰੱਬ ਸਮਝ ਕੇ ਤੇ ਬੰਦੇ ਜਿਹੜੇ ਨੇ ਉਹ ਭੁਲੇਖਿਆਂ ਦੇ ਵਿੱਚ ਪਏ ਫਿਰਦੇ ਨੇ। ਬੰਦੇ ਦੇ ਹੱਥ ਵੱਸ ਕੁਛ ਨਹੀਂ। ਗੁਰਬਾਣੀ ਸਾਨੂੰ, ਗੁਰੂ ਦਾ ਸ਼ਬਦ ਸਾਨੂੰ ਇਹੀ ਸੋਝੀ ਪਾਉਂਦਾ ਹੈ, ਇਹੀ ਤੱਤ ਸਮਝਾਉਂਦਾ ਹੈ ਕਿ ਐਵੇਂ ਭਰਮ ਭੁਲੇਖਿਆਂ ਦੇ ਵਿੱਚ ਨਾ ਰਹੀ। ਜੋ ਕੁਝ ਵੀ ਕਰਨ ਤੇ ਕਰਾਉਣ ਵਾਲਾ ਹੈ ਉਹ ਵਾਹਿਗੁਰੂ ਮਾਲਕ ਹੀ, ਪਰਮਾਤਮਾ ਹੀ ਹੈ। ਤੇ ਸਾਹਿਬ ਕਹਿੰਦੇ ਨੇ ਕਿ ਰੰਗ ਰੱਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ। ਉਹ ਸਾਰਿਆਂ ਦੇ ਵਿੱਚ ਰਮ ਰਿਹਾ ਹੈ, ਰਵਿਆ ਹੋਇਆ ਹੈ, ਸਭ ਦੇ ਵਿੱਚ ਭਰਪੂਰ ਹੈ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਲਾਲ ਮਨਕੜਾ, ਆਪੇ ਅੰਦਰ ਲਾਲ। ਇਹਨਾਂ ਦ੍ਰਿਸ਼ਟਾਂਤਾਂ ਦੇ ਰਾਹੀਂ ਇਹ ਗੱਲ ਜਿਹੜੀ ਹੈ ਸਮਝਾਈ ਹੈ। ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ 'ਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਕੋਈ ਮਨੁੱਖ ਆਪਣੇ ਅੰਦਰੋਂ ਗੁਰੂ ਦੇ ਸ਼ਬਦ ਦੇ ਨਾਲ ਤੱਤ ਦੀ ਸੋਝੀ ਪਾ ਕਰਕੇ, ਸਮਝ ਪਾ ਕਰਕੇ, ਗੁਰੂ ਗਿਆਨ ਦੇ ਨਾਲ ਆਪਣੇ ਅੰਦਰੋਂ ਭਰਮ ਨੂੰ ਦੂਰ ਕਰ ਲੈਂਦਾ ਹੈ ਤੇ ਸਮਝ ਲੈਂਦਾ ਹੈ ਕਿ ਜੋ ਕਿਛ ਕਰਤ ਹੈ
ਸੋਈ ਕੋਈ ਹੈ ਰੇ। ਜੋ ਵੀ ਕੋਈ ਮਨੁੱਖ ਕਰ ਰਿਹਾ ਹੈ ਉਹ ਪਰਮਾਤਮਾ ਹੀ ਉਹਦੇ ਪਿੱਛੇ ਹੈ। ਕਰਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੀ ਹੈ। ਤੈਸੇ ਜਾਏ ਸਮਾਹੀ। ਇਸ ਤਰ੍ਹਾਂ ਜੀਵ ਜਿਹੜੇ ਨੇ ਉਹਦੇ ਵਿੱਚੋਂ ਪੈਦਾ ਹੁੰਦੇ ਨੇ, ਉਹਦੇ ਵਿੱਚੋਂ ਉਪਜਦੇ ਨੇ, ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਸਾਰਿਆਂ ਦਾ ਮੂਲ, ਸਾਰੇ ਜਗਤ ਦਾ, ਸਾਰੀ ਸ੍ਰਿਸ਼ਟੀ ਦਾ ਉਹ ਇੱਕ ਤੱਤ ਹੀ ਹੈ, ਉਹ ਪਰਮ ਤੱਤ ਹੀ ਹੈ। ਇਹ ਪਾਤਸ਼ਾਹ ਜੀ ਨੇ ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਦੇ ਰਾਹੀਂ ਸੋਝੀ ਬਖਸ਼ਿਸ਼ ਕੀਤੀ ਕਿ ਸ਼ਬਦ ਦੇ ਪਹਿਲੇ ਬੰਦ ਦੇ ਵਿੱਚ ਸਮਝਾਉਂਦੇ ਨੇ, ਜੈਸੀ ਧਰਤੀ ਉੱਪਰ ਮੇਘੁਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ। ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ, ਬਿਨ ਪੱਗਾਂ ਵਰਸਤ ਫਿਰਾਹੀ। ਕਹਿੰਦੇ ਜਿਸ ਤਰ੍ਹਾਂ ਧਰਤੀ ਦੇ ਉੱਪਰ ਮੇਘਲਾ ਬਰਸਤ ਹੈ, ਮੇਘਲਾ ਮੇਘ ਨੂੰ ਕਹਿੰਦੇ ਨੇ, ਬੱਦਲ ਨੂੰ ਕਹਿੰਦੇ ਨੇ। ਜਿੱਦਾਂ ਬੱਦਲ ਵਰਸਦਾ ਹੈ, ਪਾਣੀ ਵਰਸਦਾ ਹੈ। ਆ ਹੁਣ ਮੌਸਮ ਸ਼ੁਰੂ ਹੋ ਗਿਆ ਹੈ ਬਾਰਿਸ਼ ਦਾ, ਵਰਖਾ ਦਾ, ਸਾਵਣ ਦਾ ਮਹੀਨਾ ਆਉਣ ਵਾਲਾ ਹੈ। ਮੌਨਸੂਨਾਂ ਆ ਗਈਆਂ, ਪਾਣੀ ਬਰਸ ਰਿਹਾ, ਬੱਦਲ ਬਰਸ ਰਹੇ ਨੇ। ਕਿਆ ਧਰਤੀ ਮੱਧੇ ਪਾਣੀ ਨਹੀਂ। ਮਹਾਰਾਜ ਕਹਿੰਦੇ ਨੇ ਪਾਣੀ ਬੱਦਲ ਬਰਸਾਉਂਦਾ ਹੈ ਕਿ ਜ਼ਮੀਨ ਦੇ ਵਿੱਚ ਪਾਣੀ ਨਹੀਂ ਹੈ। ਧਰਤੀ ਮੱਧੇ ਦਾ ਮਤਲਬ ਜ਼ਮੀਨ ਦੇ ਵਿੱਚ, ਧਰਤੀ ਦੇ ਥੱਲੇ ਨਹੀਂ ਪਾਣੀ ਹੈ, ਉੱਪਰ ਹੀ ਬਰਸਦਾ ਹੈ। ਬੱਦਲ ਬਰਸਦੇ ਨੇ, ਕੀ ਲੋੜ ਹੈ ਇਹਦੀ ਗਹਿਰਾਈ ਦੇ ਵਿੱਚ ਜਾਵਾਂਗੇ ਤੇ ਇਹਦਾ ਕੁਐਸਚਨ ਮਾਰਕ ਹੈ। ਇਹਦੇ ਉਥਾਨਕਾ ਦੇ ਵਿੱਚ, ਇਸ ਸ਼ਬਦ ਦੀ ਵਿੱਚ ਜੋ ਅਸੀਂ ਵਿਦਵਾਨਾਂ ਦੇ ਕੋਲੋਂ ਪੜ੍ਹਦੇ ਹਾਂ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ 19 ਕੁ ਵਾਰ ਜੋ ਹਰਿਦੁਆਰ ਇੱਧਰ ਜਾਂਦੇ ਰਹੇ ਨੇ। ਜਦੋਂ ਉਹ ਗੁਰੂ ਦੀ ਸ਼ਰਨ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਨਹੀਂ ਸਨ ਆਏ, ਤਾਂ ਉਹ ਅਨਮਤਾਂ ਦੇ ਦੱਸੇ ਹੋਏ ਕਰਮ ਕਰਦੇ ਸਨ। ਸਨਾਤਨ ਮਤ ਜਾਂ ਹਿੰਦੂ ਮਤ ਕਹਿ ਲਓ, ਉਹਦੇ ਦੱਸੇ ਹੋਏ ਕਰਮ ਕਾਂਡ ਕਰਦੇ ਸਨ ਜਦੋਂ ਗੁਰੂ ਦੀ ਸ਼ਰਨ ਵਿੱਚ ਨਹੀਂ ਸਨ ਆਏ। ਪਰ ਜਿੱਦਣ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਮੇਲ ਹੋਇਆ, ਭੇਟ ਵਾਰਤਾ ਹੋਈ, ਘਰੋਂ ਸ਼ਬਦ ਸੁਣਿਆ, ਬੀਬੀ ਅਮਰੋ ਜੀ ਭਤੀਜ ਨੋ ਉਹਨਾਂ ਦੇ ਮੁਖ ਤੋਂ ਸ਼ਬਦ ਨੂੰ ਸੁਣ ਕਰਕੇ, ਬਾਣੀ ਨੂੰ ਸੁਣ ਕਰਕੇ ਮਨ ਦੇ ਕਈ ਭਰਮ ਭੁਲੇਖੇ ਜਿਹੜੇ ਸਨ ਉਹ ਦੂਰ ਹੋਏ ਤੇ ਗੁਰੂ ਵਾਲੇ ਬਣੇ। ਤੁਸੀਂ ਇਤਿਹਾਸ ਸੁਣਿਆ, ਪੜ੍ਹਿਆ ਵੀ ਹੈ ਕਈ ਵਾਰ, ਕਈਆਂ ਵਿਦਵਾਨਾਂ ਦੇ ਕੋਲੋਂ ਸੁਣਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਜਾ ਕਰਕੇ ਜੋ ਅਨੇਕਾਂ ਵਾਰ ਤੀਰਥਾਂ ਦੇ ਇਸ਼ਨਾਨ, ਗੰਗਾ ਦੇ ਇਸ਼ਨਾਨ ਕਰਕੇ, ਕਰਮ ਕਾਂਡ ਕਰਕੇ, ਦੇਵੀ ਦੇਵਤਿਆਂ ਦੀ ਪੂਜਾ ਕਰਕੇ, ਵਰਤ ਰੱਖ ਕੇ ਵੀ ਮਨ ਨੂੰ ਸ਼ਾਂਤੀ ਤੇ ਸਕੂਨ ਨਹੀਂ ਸੀ ਮਿਲਿਆ, ਉਹ ਸਕੂਨ, ਉਹ ਸ਼ਾਂਤੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਚਰਨ ਸ਼ਰਨ ਦੇ ਵਿੱਚ ਜਾ ਕੇ ਪ੍ਰਾਪਤ ਹੋਇਆ। ਬਹੁਤੀ ਵਾਰ ਅਨਮਤਾਂ ਦੇ ਸਿਧਾਂਤ ਅਨੁਸਾਰ ਗਏ ਸਨ ਹਰਿਦੁਆਰ, ਪਰ ਉਸ ਤੋਂ ਬਾਅਦ ਜਦੋਂ ਗਏ ਨਾ, ਜਦੋਂ ਗੁਰੂ ਵਾਲੇ ਬਣੇ, ਗੁਰੂ ਵਾਲੇ ਬਣ ਕੇ ਸੇਵਾ ਕਮਾਈ ਕੀਤੀ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਸ਼ਬਦ ਬਾਣੀ ਉਪਦੇਸ਼ ਕਮਾਇਆ, ਹੱਥੀਂ ਸੇਵਾ ਕੀਤੀ, ਵੱਡੀ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਉਸ ਵੇਲੇ ਜਿਹੜਾ ਗਿਆਨ ਪ੍ਰਾਪਤ ਹੋਇਆ, ਉਸ ਵੇਲੇ ਜਿਹੜੀ ਸੋਝੀ ਪ੍ਰਾਪਤ ਹੋਈ,
ਉਸ ਕਮਾਈ ਦੀ ਬਰਕਤ ਦੇ ਨਾਲ ਹੀ ਉਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਬਣੇ। ਗੁਰੂ ਵਾਲੇ ਬਣਨ ਤੋਂ ਬਾਅਦ ਫਿਰ ਹਰਿਦੁਆਰ ਗਏ, ਉਹਨਾਂ ਅਸਥਾਨਾਂ ਵੱਲ ਜਿਨ੍ਹਾਂ ਅਸਥਾਨਾਂ ਵੱਲ ਉਹ ਕਦੇ ਕਰਮਕਾਂਡੀ ਰੂਪ ਦੇ ਵਿੱਚ ਜਾਂਦੇ ਸਨ, ਪਰ ਅੱਜ ਜਿਹੜੇ ਨੇ ਉਹ ਉਸ ਅਨੁਸਾਰ ਨਹੀਂ ਗਏ। ਉਦੋਂ ਗਏ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਲਿਖਿਆ, ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਗ ਉਧਰਨ ਅਰਥਾ। ਕਿਉਂਕਿ ਸਵਾਲ ਜਿਹੜੇ ਨੇ ਇਹ ਬਹੁਤ ਨੇ, ਅੱਜ ਵੀ ਬੜੇ ਨੇ, ਬੜੇ ਭਰਮ ਤੇ ਭੁਲੇਖੇ ਜਿਹੜੇ ਨੇ ਅਨਮਤੀਆਂ ਵੱਲੋਂ ਵੀ ਪਾਏ ਜਾਂਦੇ ਨੇ, ਕੁਝ ਸਾਡੇ ਅੰਦਰ ਵੀ ਅਗਿਆਨਤਾ ਦੇ ਕਾਰਨ ਪਏ ਹੋਏ ਹਨ ਕਿ ਜਿਹੜੇ ਮੇਰੇ ਵਰਗੇ ਕੇਵਲ ਮੱਥਾ ਟੇਕਣ ਤੱਕ ਸੀਮਤ ਰਹਿੰਦੇ ਨੇ, ਗੁਰਬਾਣੀ ਨੂੰ ਸਮਝਦੇ ਨਹੀਂ, ਪੜ੍ਹਦੇ ਵਿਚਾਰਦੇ ਨਹੀਂ। ਉਹਨਾਂ ਦੇ ਭਰਮ ਭੁਲੇਖੇ ਕਿਸ ਤਰ੍ਹਾਂ ਮਿਟ ਸਕਦੇ ਨੇ, ਕਿਸ ਤਰ੍ਹਾਂ ਦੂਰ ਹੋ ਸਕਦੇ ਨੇ? ਸ਼ਬਦ ਨੂੰ ਪੜ੍ਹ ਕੇ, ਬਾਣੀ ਨੂੰ ਪੜ੍ਹ ਕੇ, ਵਿਚਾਰ ਕੇ ਹੀ ਭੁਲੇਖਿਆਂ ਨੇ, ਭਰਮਾਂ ਨੇ ਮਿਟਣਾ ਹੈ, ਉੱਦਾਂ ਨਹੀਂ ਮਿਟ ਸਕਦੇ। ਅਸੀਂ ਨਹੀਂ ਸਮਝ ਸਕਦੇ ਉਨੀ ਦੇਰ ਤੱਕ। ਤੋ ਕਈ ਇਹ ਵੀ ਕਹਿੰਦੇ ਹੋਣਗੇ ਕਿ ਪਹਿਲਾਂ ਵੀ ਜਾਂਦੇ ਸੀ, ਹੁਣ ਵੀ ਗਏ ਗੁਰੂ ਸਾਹਿਬ। ਪਹਿਲਾਂ ਵੀ ਹਰਿਦੁਆਰ ਜਾਂਦੇ ਸਨ, ਉਸ ਤੋਂ ਜਦੋਂ ਗੁਰੂ ਬਣ ਗਏ ਉਦੋਂ ਵੀ ਗਏ। ਜਿੱਦਾਂ ਪਹਿਲਾਂ ਜਾਂਦੇ ਸਨ ਉੱਦਾਂ ਹੀ ਹੁਣ ਗਏ ਹੋਣਗੇ, ਇਹ ਕਹਿੰਦੇ ਹੋਣਗੇ। ਔਰ ਅਜੇ ਤੱਕ ਕਈਆਂ ਦੇ ਮਨਾਂ ਵਿੱਚ ਇਹ ਭੁਲੇਖਾ ਹੈ ਕਿ ਸ਼ਾਇਦ ਇਸੇ ਕਰਕੇ ਗਏ ਨੇ, ਪਰ ਨਹੀਂ। ਇਹ ਭੁਲੇਖਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤਾ ਕਿ ਇਹ ਦੁਨੀਆ ਦੇ ਲੋਕੋ, ਗੁਰੂ ਅਮਰਦਾਸ ਮਹਾਰਾਜ ਗੰਗਾ ਦੇ ਇਸ਼ਨਾਨ ਜਾਂ ਹਰਿਦੁਆਰ ਵੱਲ ਨੂੰ ਇਸ ਕਰਕੇ ਨਹੀਂ ਗਏ ਕਿ ਉੱਥੇ ਉਹ ਇਸ਼ਨਾਨ ਦੀ ਮਹੱਤਤਾ ਨੂੰ ਸਮਝ ਕੇ ਗਏ ਨੇ ਜਾਂ ਕਰਮ ਕਾਂਡਾਂ ਦੀ ਮਹਾਨਤਾ ਨੂੰ ਸਮਝ ਕਰਕੇ ਗਏ ਨੇ। ਉਹ ਉੱਥੇ ਇਸ ਕਰਕੇ ਗਏ ਨੇ ਕਿ ਤਾਂ ਕਿ ਭਰਮ ਭੁਲੇਖਿਆਂ ਦੇ ਵਿੱਚ ਜਿਹੜੇ ਲੋਕ ਪਏ ਹੋਏ ਹਨ ਉਹਨਾਂ ਨੂੰ ਸਮਝਾਇਆ ਜਾ ਸਕੇ, ਉਹਨਾਂ ਨੂੰ ਤੱਤ ਦੀ ਗੱਲ, ਉਹਨਾਂ ਨੂੰ ਗਿਆਨ ਦੀ ਗੱਲ ਦੱਸੀ ਜਾ ਸਕੇ ਕਿ ਤੁਸੀਂ ਐਵੇਂ ਭਰਮ ਭੁਲੇਖਿਆਂ ਦੇ ਵਿੱਚ ਨਾ ਪਾਓ। ਇਹਨਾਂ ਕਰਮਾਂ ਕਾਂਡਾਂ ਨੂੰ ਕਰਕੇ ਸਹਿਜ ਦੀ ਪ੍ਰਾਪਤੀ ਨਹੀਂ ਹੋਣੀ। ਕਰਮੀ ਸਹਿਜ ਨਾ ਉਪਜੇ, ਵਿਣ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ, ਕਰਮ ਕਮਾਏ ਸਹਿਸੇ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਆ ਸਮਝਾਉਣ ਗਏ ਨੇ, ਇਸ ਕਰਕੇ ਗਏ ਨੇ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਗ ਉਧਰਣ ਅਰਥਾ। ਲੋਕਾਂ ਦੇ ਉਧਾਰ ਅਰਥ ਵਾਸਤੇ, ਲੋਕਾਂ ਦੀ ਕਲਿਆਣ ਵਾਸਤੇ ਹਰਿਦੁਆਰ ਗਏ ਨੇ। ਸਮਝ ਆ ਸਕੇ, ਸੋਝੀ ਆ ਸਕੇ ਕਿ ਤਨ ਧੋਤੇ ਮਨ ਹੱਛਾ ਨਾ ਹੋਏ। ਤਨ ਨੂੰ ਧੋਣ ਨਾਲ ਮਨ ਹੱਛਾ ਨਹੀਂ ਹੁੰਦਾ। ਮਨ ਨੂੰ ਧੋਣ ਵਾਸਤੇ ਸ਼ਬਦ ਹੀ ਕਾਰਗਰ ਹੈ, ਗਿਆਨ ਦੇ ਨਾਲ ਹੀ ਧੋਤਾ ਜਾ ਸਕਦਾ ਹੈ। ਇਸ ਵਾਸਤੇ ਸਤਿਗੁਰੂ ਨੇ ਉਦਮ ਕੀਤਾ। ਉੱਥੇ ਜਦੋਂ ਗਏ ਨਾ, ਇਤਿਹਾਸ ਕਹਿੰਦਾ ਹੈ ਕਿ ਜਿਹੜੇ ਪੰਡਿਤ ਸਨ, ਬੜੇ ਬੜੇ ਉੱਥੋਂ ਦੇ ਕਹਿਣ ਕਹਾਉਣ ਵਾਲੇ, ਉਹ ਇਕੱਠੇ ਹੋ ਕਰਕੇ ਆ ਗਏ। ਉਹਨਾਂ ਨੇ ਇੱਕ ਸਵਾਲ ਕੀਤਾ, ਕਿਉਂਕਿ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਾਣੀ ਤੋਂ ਸੇਧ ਲਈ ਤੇ ਉਸ ਬਾਣੀ ਉਪਦੇਸ਼ ਦੇ ਨਾਲ ਆਪਣਾ ਜੀਵਨ ਬਣਾਇਆ, ਉਸ ਨੂੰ ਸਮਝਿਆ, ਉਸ ਨੂੰ ਪ੍ਰਚਾਰਨ ਵਾਸਤੇ ਫਿਰ ਉਦਮ ਕੀਤਾ। ਤੇ ਇਹ ਬਾਣੀ ਦੇ ਵਿੱਚੋਂ ਜਿਹੜਾ ਤੱਤ ਪ੍ਰਾਪਤ ਹੋਇਆ, ਉਹਨੂੰ ਜਾਣ ਸਮਝ ਕਰਕੇ ਹੀ ਇਹ ਸ਼ਬਦ ਲਿਖੇ ਸਨ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ, ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਬਾਣੀਆਂ ਸਿਰ ਬਾਣੀ ਹੈ। ਸਿਰ ਬਾਣੀ ਦਾ ਮਤਲਬ ਸ਼੍ਰੋਮਣੀ ਬਾਣੀ। ਇਹ ਸਾਰੀਆਂ ਬਾਣੀਆਂ ਨਾਲੋਂ ਸ਼੍ਰੋਮਣੀ ਬਾਣੀ ਹੈ। ਇਸ ਕਰਕੇ ਆਓ ਇਹਨੂੰ ਗਾਵੀਏ, ਪੜ੍ਹੀਏ। ਇਹ ਬਾਣੀ ਜੋ ਜਿਉ ਜਾਣੇ ਤਿਸ ਅੰਤਰ ਰਵੇ ਹਰ ਨਾਮਾ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਉਹ ਬਾਣੀ ਹੈ ਜੋ ਸ਼੍ਰੋਮਣੀ ਬਾਣੀ ਹੈ।
ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਿਖਿਆ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਉੱਥੇ ਉਹਨਾਂ ਨੇ ਸਵਾਲ ਕੀਤਾ ਕਿ ਬਾਣੀ ਉਚਾਰਨ ਦੀ ਕੀ ਲੋੜ ਪਈ ਸੀ ਜਦੋਂ ਕਿ ਸੰਸਕ੍ਰਿਤ ਵਰਗੀ ਮਹਾਨ ਭਾਸ਼ਾ ਦੇ ਵਿੱਚ ਪੁਰਾਤਨ ਸਮੇਂ ਦੇ ਵੇਦ ਲਿਖੇ ਪਏ ਨੇ, ਹੋਰ ਗ੍ਰੰਥ ਲਿਖੇ ਪਏ ਨੇ, ਤੇ ਫਿਰ ਇਹ ਬਾਣੀ ਲਿਖਣ ਦੀ ਕੀ ਲੋੜ ਪਈ, ਇਹ ਬਾਣੀ ਦੀ ਕੀ ਜ਼ਰੂਰਤ ਪਈ। ਅਜੇ ਵੀ ਕਈ ਲੋਕ ਜਿਹੜੇ ਨੇ ਇਹ ਗੱਲਾਂ ਕਰਦੇ ਨੇ, ਪਰ ਇਹਦੇ ਪਿੱਛੇ ਇੱਕ ਬੜੀ ਵੱਡੀ ਜਿਹੜੀ ਹੈ ਉਹ ਸਤਿਗੁਰਾਂ ਦੀ ਸੋਚ ਕੰਮ ਕਰਦੀ ਹੈ। ਉਸ ਵੇਲੇ ਦਾ ਜਿਹੜਾ ਨਿਜ਼ਾਮ ਸੀ ਉਹ ਇਹ ਸੀ ਵਰਨ ਵੰਡ ਵਾਲਾ ਨਿਜ਼ਾਮ। ਇੱਕ ਤਾਂ ਸੰਸਕ੍ਰਿਤ ਦੇ ਗ੍ਰੰਥ ਵੇਦ ਆਦਿਕ ਜਾਂ ਧਰਮ ਪੁਸਤਕਾਂ ਜਿਹੜੀਆਂ ਸਨ, ਤੇ ਉਸ ਭਾਸ਼ਾ ਨੂੰ ਪੜ੍ਹਨ ਦਾ ਜਿਹੜਾ ਸੀ ਉਹ ਕਿਸੇ ਨੂੰ ਵੀ ਹੱਕ ਨਹੀਂ ਸੀ। ਕੇਵਲ ਬ੍ਰਾਹਮਣ ਤੋਂ ਸਿਵਾ, ਪਹਿਲੇ ਵਰਣ ਤੋਂ ਸਿਵਾ ਹੋਰ ਬਾਕੀਆਂ ਨੂੰ ਕੋਈ ਅਧਿਕਾਰ ਨਹੀਂ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਉਹਨਾਂ ਨੂੰ ਇਹ ਗੱਲ ਸਮਝਾਈ। ਕਹਿੰਦੇ ਨੇ ਇਤਿਹਾਸ ਇਹ ਉਥਾਨਕਾ ਦੇ ਵਜੋਂ ਲਿਖਿਆ ਹੋਇਆ ਹੈ ਕਿ ਸਤਿਗੁਰਾਂ ਨੇ ਆਖਿਆ ਕਿ ਧਰਤੀ ਦੇ ਉੱਪਰ ਬੱਦਲ ਵਰਸਦੇ ਨੇ, ਜਿਸ ਤਰ੍ਹਾਂ ਇਸ ਪੰਕਤੀ ਦੇ ਵਿੱਚ ਲਿਖਿਆ ਹੈ, ਧਰਤੀ ਦੇ ਉੱਪਰ ਬੱਦਲ ਵਰਸਦੇ ਨੇ, ਪਾਣੀ ਵਰਸਦਾ ਹੈ, ਕਿ ਜ਼ਮੀਨ ਦੇ ਵਿੱਚ ਪਾਣੀ ਨਹੀਂ ਹੈ, ਕਿ ਜ਼ਮੀਨ ਦੇ ਉੱਪਰ ਖੂਹ, ਦਰਿਆ, ਨਦੀਆਂ, ਸਮੁੰਦਰ ਨੇ, ਕਿ ਉਹਦੇ ਨਾਲ ਨਹੀਂ ਜਿਹੜਾ ਹੈ ਉਹ ਸੌਰਦਾ ਜੀਵਾਂ ਦਾ। ਬੱਦਲਾਂ ਨੂੰ ਵਰਸਣ ਦੀ ਕੀ ਲੋੜ ਹੈ। ਇਹ ਉਹਨਾਂ ਦੇ ਅੱਗੇ ਸਵਾਲ ਸੀ, ਉਹਨਾਂ ਦੇ ਭਰਮ ਨੂੰ ਤੋੜਨ ਵਾਸਤੇ, ਜਿਸ ਭਰਮ ਦੇ ਵਿੱਚ ਉਹ ਪਏ ਹੋਏ ਸਨ। ਉੱਥੇ ਇਤਿਹਾਸ ਲਿਖਦਾ ਹੈ ਕਿ ਸਤਿਗੁਰਾਂ ਨੇ ਬਚਨ ਕਹੇ, ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਸਾਹਿਬ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਭਾਈ ਸਤਿਗੁਰ ਬਾਣੀ ਮੇਘ ਸਮਾਨ ਬਰਸੇ ਚੌਦਿਸ ਵਿਖੇ ਮਹਾਨ, वेद पुराण कूप जल जैसे बरसाए कहो क्यों कैसे। वेद पुराण महाराज कहते ने ये खूह दे पानी दे समान ने। हुण बाणी दी ते उन्हां दा जिहड़ा है वो जिहड़ा विलक्षणता है वो गुरु साहब दसदे ने, इतिहासकारां ने लिखिया, साखीकारां ने लिखिया। अंतर की है? ठीक है खूह तो भी कुछ लोग पानी पींदे ने, खूह के आस पास जेड़े रहिंदे ने, महाराज कहते ने कोई नहीं, खूह तो भी पानी पींदे ने, दरिया दे कोल जेड़े ने दरिया दे कोल भी पानी पींदे ने। जिथे जिथे जो कोई सोमा है पानी का उथों उथों वो पानी पींदा है, अपनी प्यास बुझाउंदा है। बट ਜਿਹੜੇ ਟਿੱਬਿਆਂ 'ਤੇ ਰਹਿੰਦੇ ਨੇ, ਜਿਹੜੀਆਂ ਉੱਚੀਆਂ ਥਾਵਾਂ 'ਤੇ ਰਹਿੰਦੇ ਨੇ, ਜਿਹੜੀਆਂ ਐਸੀਆਂ ਦੁਰਗਮ ਜਗ੍ਹਾ ਨੇ ਜਿੱਥੇ ਨਾ ਖੂਹ ਹੈ, ਨਾ ਕੋਈ ਤਲਾਬ ਹੈ, ਨਾ ਕੋਈ ਹੋਰ ਪਾਣੀ ਦਾ ਸੋਮਾ ਹੈ, ਉੱਥੇ ਪਾਣੀ ਕਿੱਦਾਂ ਜੀਵ ਪੀਂਦੇ ਨੇ? ਉੱਥੇ ਜਾ ਕੇ ਬੱਦਲ ਹੀ ਉਹਨਾਂ ਜੀਵਾਂ ਦੀ ਪਿਆਸ ਬੁਝਾਉਂਦੇ ਨੇ। ਉਹਨਾਂ ਧਰਤੀਆਂ ਦੇ ਉੱਪਰ, ਉਹਨਾਂ ਥਾਵਾਂ ਦੇ ਉੱਪਰ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਸਰਬਸਾਰ, ਉਹਨਾਂ ਨੂੰ ਹਰਾ ਭਰਾ ਬੱਦਲ ਹੀ ਕਰਦਾ ਹੈ। ਜਿੱਥੇ ਕਿਤੇ ਵੀ ਪਾਣੀ ਨਹੀਂ ਪਹੁੰਚਦਾ, ਬੱਦਲ ਉੱਥੇ ਪਾਣੀ ਲੈ ਜਾਂਦਾ ਹੈ। ਪਰਮਾਤਮਾ ਨੇ ਨਿਜ਼ਾਮ ਐਸਾ ਬਣਾਇਆ ਹੈ ਕਿ ਉਹੀ ਪਰਮਾਤਮਾ ਜਿਹੜਾ ਹੈ, ਹੁਣ ਇੱਥੇ ਤੱਤ ਦੀ ਗੱਲ ਆ ਗਈ ਜਿਹੜੀ ਭਰਮ ਚੁਕਾਹੀ ਵਾਲੀ, ਕਿ ਉਹੀ ਪਰਮਾਤਮਾ ਜਿਹੜਾ ਸਾਰੀਆਂ ਥਾਵਾਂ ਦੇ ਉੱਤੇ ਜਲ ਰੂਪ ਹੈ, ਉਹੀ ਫਿਰ ਮੇਘ ਰੂਪ ਹੋ ਜਾਂਦਾ ਹੈ, ਉਹੀ ਬੱਦਲ ਰੂਪ ਹੁੰਦਾ ਹੈ। ਤੇ ਬੱਦਲ ਰੂਪ ਹੋ ਕਰਕੇ ਸਭ ਪਿਆਸੇ ਜੀਵਾਂ ਦੀ ਪਿਆਸ ਬੁਝਾਉਂਦਾ ਹੈ, ਸਾਰੀਆਂ ਧਰਤੀਆਂ ਨੂੰ ਹਰਿਆ ਭਰਿਆ ਕਰਦਾ ਹੈ, ਚਾਹੇ ਉੱਚੀਆਂ ਹੋਣ, ਚਾਹੇ ਨੀਵੀਆਂ ਹੋਣ, ਚਾਹੇ ਪਹਾੜ ਹੋਣ, ਤੇ ਚਾਹੇ ਜਿੱਦਾਂ ਦੇ ਮਰਜ਼ੀ ਥਾਂ ਹੋਣ, ਚਾਹੇ ਰਤੀਲੀ ਜ਼ਮੀਨ ਹੋਵੇ ਤੇ ਭਾਵੇਂ ਉਹ ਜ਼ਮੀਨ ਜਿਹੜੀ ਹੈ ਜ਼ਰਖੇਜ਼ ਹੋਵੇ, ਤੇ ਭਾਵੇਂ ਉਪਜਾਊ ਹੋਵੇ, ਜਿੱਦਾਂ ਦੀ ਮਰਜ਼ੀ ਹੋਵੇ, ਪਾਣੀ ਜਿੱਥੇ ਵੀ ਬਰਸਦਾ ਹੈ
ਬੱਦਲ ਜਿੱਥੇ ਵੀ ਬਰਸਦਾ ਹੈ ਉੱਥੋਂ ਦੀ ਜ਼ਮੀਨ ਨੂੰ ਹਰਿਆ ਭਰਿਆ ਕਰ ਦਿੰਦਾ ਹੈ, ਉਹ ਉੱਥੇ ਪਿਆਸਿਆਂ ਦੀ ਪਿਆਸ ਬੁਝਾ ਦਿੰਦਾ ਹੈ। ਵੇਦ ਪੁਰਾਣ ਕੂਪ ਜਲ ਜੈਸੇ, ਵੇਦ ਤੇ ਪੁਰਾਣ ਖੂਹ ਦੇ ਪਾਣੀ ਦੀ ਤਰ੍ਹਾਂ ਨੇ। ਸਤਿਗੁਰ ਬਾਣੀ ਮੇਘ ਸਮਾਨ, ਪਰ ਸਤਿਗੁਰੂ ਦੀ ਬਾਣੀ ਮੇਘ ਦੇ ਸਮਾਨ ਹੈ, ਬੱਦਲ ਦੇ ਸਮਾਨ ਹੈ। ਬਰਸੇ ਚੌਂ ਦਿਸ ਵਿਖੇ ਮਹਾਰ, ਜਿਹੜੀ ਚਾਰੇ ਤਰਫਾਂ ਦੇ ਵਿੱਚ, ਸਾਰਿਆਂ ਪਾਸਿਆਂ ਦੇ ਵਿੱਚ ਬਰਸਦੀ ਹੈ। ਬੱਦਲ ਇਹ ਨਹੀਂ ਪੁੱਛਦੇ ਕਿ ਕਿਹੜੀ ਜ਼ਮੀਨ ਜਿਹੜੀ ਹੈ ਉਹ ਬ੍ਰਾਹਮਣਾਂ ਦੀ ਏ ਕਿ ਕਿਹੜੀ ਜ਼ਮੀਨ ਜੱਟ ਦੀ ਏ ਕਿ ਕਿਹੜੀ ਕਿਸੇ ਗਰੀਬ ਦੀ ਏ ਤੇ ਕਿਹੜੀ ਕਿਸੇ ਅਮੀਰ ਦੀ ਏ। ਅਮੀਰ ਗਰੀਬ ਵਰਨ ਵੰਡ ਕੁਝ ਨਹੀਂ ਵੇਖਦਾ ਬੱਦਲ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਵਰਨ ਵੰਡ, ਕਿਸੇ ਜਾਤ ਪਾਤ, ਊਚ ਨੀਚ ਨੂੰ ਨਹੀਂ ਦੇਖਦੀ। ਜਿੱਥੇ ਵੀ ਪਿਆਸ ਹੈ, ਬੱਦਲ ਦਾ ਤੇ ਕੰਮ ਉਸ ਪਿਆਸ ਨੂੰ ਬੁਝਾਉਣਾ ਹੈ, ਜਲ ਦਾ ਤੇ ਕੰਮ ਪਿਆਸ ਨੂੰ ਬੁਝਾਉਣਾ ਹੈ। ਗੁਰੂ ਬੱਦਲ ਹੈ, ਤਾਂ ਹੀ ਤੇ ਆਖਿਆ ਮਹਾਰਾਜ ਨੇ, ਬੇਨਤੀ ਵੀ ਕੀਤੀ, ਬਰਸ ਮੇਘ ਜੀ ਤਿਲ ਬਿਲਨ ਨਾ ਲਾਵੋ। ਗੁਰੂ ਰੂਪ ਹੋ ਕੇ ਬੇਨਤੀ ਕੀਤੀ ਹੈ, ਹੇ ਮੇਘ ਜੀ, ਹੇ ਗੁਰੂ ਜੀ, ਬਰਸੋ, ਤਿਲ ਬਿਲਮ ਨਾ ਲਾਵੋ। ਰਾਗੀਆਂ ਨੇ, ਕੀਰਤਨੀਆਂ ਨੇ ਹੁਣ ਸ਼ਬਦ ਪੜ੍ਹਨੇ ਨਾ, ਸਾਵਣ ਦਾ ਮਹੀਨਾ ਆਰੰਭ ਹੋ ਗਿਆ ਤੇ ਇਹ ਰਾਗ ਦੇ ਵਿੱਚ, ਮਲਾਰ ਰਾਗ ਦੇ ਵਿੱਚ ਕੀਰਤਨੀਏ ਜਿਹੜੇ ਨੇ, ਇਹ ਪਰੰਪਰਾ ਚੱਲੀ ਆ ਰਹੀ ਹੈ, ਕੀਰਤਨੀਏ ਕੀਰਤਨ ਕਰਦੇ ਨੇ, ਬਰਸ ਮੇਘ ਜੀ ਤਿਲ ਬਿਲਮ ਨਾ ਲਾਵੋ, ਤਿਲ ਬਿਲਮ ਨਾ ਲਾਵੋ। ਮੇਰੀ ਸੁੱਕੀ ਪਈ ਧਰਤੀ ਦੇ ਉੱਪਰ, ਮੇਰੇ ਪਿਆਸੇ ਹੋਏ ਮਨ ਦੇ ਉੱਪਰ ਕਿਰਪਾ ਕਰਕੇ ਬਰਸੋ, ਸ਼ਬਦ ਦੀ, ਉਪਦੇਸ਼ ਦੀ ਵਰਖਾ ਕਰੋ। ਬਰਸ ਪਿਆਰੇ ਮਨੇ ਸਧਾਰੇ, ਹੋਏ ਆਨੰਦ ਸਦਾ ਮਨ ਚਾਓ। ਹੇ ਪਿਆਰੇ ਵਰਖਾ ਕਰੋ, ਬਰਸ ਪਿਆਰੇ ਮਨੇ ਸਧਾਰੇ, ਮੇਰੇ ਮਨ ਨੂੰ ਧੀਰਜ ਮਿਲੇ, ਸਧਾਰੇ, ਟਿਕ ਜਾਵੇ ਮੇਰਾ ਮਨ ਜਿਹੜਾ ਭਟਕ ਰਿਹਾ ਹੈ, ਭਟਕਣਾ ਵਿੱਚ ਪਿਆਰ ਹੈ। ਹੋਏ ਆਨੰਦ ਸਦਾ ਮਨ ਚਾਓ, ਮੇਰੇ ਮਨ 'ਚ ਆਨੰਦ ਹੋਵੇ, ਚਾਓ ਪੈਦਾ ਹੋਵੇ, ਖੁਸ਼ੀ ਪੈਦਾ ਹੋਵੇ। ਬਰਸ ਮੇਘ ਜੀ ਤਿਲ ਬਿਲਮ ਨਾ ਲਾਓ। ਤੋ ਇਹ ਫਰਕ ਹੈ। ਸਤਿਗੁਰੂ ਦੀ ਬਾਣੀ ਸਾਰਿਆਂ ਦੀ ਕਲਿਆਣ ਕਰਨ ਵਾਲੀ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਇਹ ਗੱਲ ਸਮਝਾਉਂਦੇ ਨੇ, ਕਹਿੰਦੇ ਨੇ ਕਿ ਜਿਸ ਤਰ੍ਹਾਂ ਧਰਤੀ ਦੇ ਉੱਪਰ ਮੇਘ ਬਰਸਦੇ ਨੇ, ਕਿਆ ਧਰਤੀ ਮੱਧੇ ਪਾਣੀ ਨਹੀਂ, ਕਿ ਜ਼ਮੀਨ ਦੇ ਵਿੱਚ ਪਾਣੀ ਨਹੀਂ ਹੈ? ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ, ਬਿਨ ਪੱਗਾਂ ਵਰਸਤ ਫਿਰਾਹੀਂ। ਜਿਵੇਂ ਧਰਤੀ ਦੇ ਵਿੱਚ ਪਾਣੀ ਹੈ, ਪ੍ਰਗਾਸਿਆ ਦਾ ਮਤਲਬ ਪਾਣੀ ਹੈ, ਪਾਣੀ ਧਰਤੀ ਦੇ ਵਿੱਚੋਂ ਨਿਕਲਦਾ ਹੈ, ਖੂਹ ਹੋਵੇ ਜਾਂ ਕੋਈ ਵੀ ਸਾਧਨ ਹੋਵੇ। ਤੇ ਕਹਿੰਦੇ ਨੇ ਫਿਰ ਕੀ ਹੁੰਦਾ ਹੈ ਕਿ ਅੱਜ ਧਰਤੀ ਦੇ ਉੱਪਰ ਆਕਾਸ਼ ਦੇ ਵਿੱਚ ਬਿਨਾਂ ਪੈਰਾਂ ਤੋਂ ਹੀ, ਪੱਗਾਂ ਦਾ ਮਤਲਬ ਪੈਰ, ਬਿਨ ਪੱਗਾਂ ਬਰਸਤ ਫਿਰਾਹੀਂ, ਬਿਨਾਂ ਪੈਰਾਂ ਤੋਂ ਹੀ ਉਹ ਪਾਣੀ ਜਿਹੜਾ ਹੈ ਉਹ ਬਰਸਦਾ ਫਿਰਦਾ ਹੈ, ਬੱਦਲ ਰੂਪ ਹੋ ਕਰਕੇ ਬਰਸਦਾ ਫਿਰਦਾ ਹੈ। ਇਹ ਤੁਸੀਂ ਜਾਣਦੇ ਹੀ ਹੋ ਕਿ ਇਹ ਇੱਕ ਕਿਸ ਤਰ੍ਹਾਂ ਦੀ ਤਕਨੀਕ ਹੈ। ਇਹ ਪਾਣੀ ਕਿਸ ਤਰ੍ਹਾਂ ਵਾਸ਼ਪੀਕਰਨ ਹੋ ਕੇ ਉਹੀ ਜਿਹੜਾ ਹੈ ਫਿਰ ਇਸ ਧਰਤੀ ਦੇ ਉੱਪਰ ਬਰਸਦਾ ਹੈ। ਤੋ ਮਹਾਰਾਜ ਕਹਿੰਦੇ ਨੇ ਕਿ ਉਹ ਆਪੇ ਹੀ ਸਾਰਿਆਂ ਰੂਪਾਂ ਦੇ ਵਿੱਚ ਭਰਪੂਰ ਹੈ, ਵਰਤਣ ਵਾਲਾ ਹੈ। ਤਤ ਦੀ ਗੱਲ ਇਹ ਹੈ, ਇਸਤਰੀ ਪੁਰਖ ਹੋਏ ਕੈ ਕਿਆ ਓਏ ਕਰਮ ਕਮਾਹੀ, ਨਾਨਾ ਰੂਪ ਸਦਾ ਹੈ ਤੇਰੇ, ਤੁਝ ਹੀ ਮਾਹੇ ਸਮਾਹੀ। ਹੇ ਵਾਹਿਗੁਰੂ, ਇਸਤਰੀ ਜਾਂ ਪੁਰਖਾਂ, ਬੰਦਿਆਂ ਜਾਂ ਇਸਤਰੀਆਂ ਦੇ ਰੂਪ ਦੇ ਵਿੱਚ ਹੋ ਕਰਕੇ ਉਹ ਕੀ ਕਰਮ ਕਰਦੇ ਨੇ? ਕਿਆ ਉਹ ਕਰਮ ਕਮਾਈ, ਭਾਵ ਕਿ ਉਹ ਕੋਈ ਆਪਣੀ ਮਰਜ਼ੀ ਦੇ ਨਾਲ ਕਰਮ ਕਰ ਸਕਦੇ ਨੇ? ਤੇਰੀ ਆਗਿਆ ਤੋਂ ਬਿਨਾਂ, ਤੇਰੀ ਰਜ਼ਾ ਤੋਂ ਬਿਨਾਂ ਕੋਈ ਕਵੇ ਕਿ ਮੈਂ ਕੁਝ ਕਰ ਲਵਾਂ, ਕੋਈ ਕਰ ਸਕਦਾ ਹੈ? ਤੇਰੀ ਆਗਿਆ ਤੋਂ ਬਿਨਾਂ, ਤੇਰੇ ਹੁਕਮ ਤੋਂ ਬਿਨਾਂ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹੇ ਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਇਹ ਉੱਥੇ ਤੱਤ ਦੀ ਗੱਲ ਹੈ। ਇਸਤਰੀ ਪੁਰਖ ਹੋਏ ਕੈ ਕਿਆ ਓਏ ਕਰਮ ਕਮਾਹੀ, ਨਾਨਾ ਰੂਪ ਸਦਾ ਹੈ ਤੇਰੇ। ਨਾਨਾ ਦਾ ਮਤਲਬ ਅਨੇਕ ਰੂਪ, ਅਨੇਕਾਂ ਹੀ ਰੂਪ ਨੇ ਹੇ ਵਾਹਿਗੁਰੂ ਤੇਰੇ। ਇਸਤਰੀ ਪੁਰਖ ਸਭ ਤੇਰੇ ਹੀ ਰੂਪ ਨੇ। ਸਾਰਿਆਂ ਰੂਪਾਂ ਦੇ ਵਿੱਚ ਤੂੰ ਜਿਹੜਾ ਹੈ
ये विश्व संसार तुम देखते ये हर का रूप है, हर रूप नदरी आया गुर प्रसादी बुझिया जा वेखा, हर एक है हर बिन अवर ना कोए, कहे नानक ये नेत्र अंध से सतगुर मिले दिव्य दृष्ट होए। जदों गुरु दी कोलों दृष्टि ज्ञान मिल जाए तो फिर ये गल दी समझ आ जाती है। तुझ ही माहे समाही, तेरे तो ही पैदा होंदे ने, तेरे विच ही समा जाते ने। जैसे एक नद ते तरंग कोट उपजत है, पान के तरंग सभे पान ही कहाएंगे। जैसे एक आग ते कनुका कोट आग उठे, न्यारे न्यारे हो के फिर आग में समाहेंगे। तैसे विश्व रूप ते अभूत भूत प्रगट होए, ताही ते उपज सभे ताही में समाएंगे। विश्व रूप परमात्मा तो ही पैदा होंदे ने, तो उहदे विच ही समा जाते ने। नाना रूप सदा है तेरे, तुझ ही माहे समाही, इतने जन्म भूल परे, से जा पाया ता भूले नाही। इतने जन्म भूल परे से, जेड़े बंदे कई जन्मां दे विच असल ज्ञान तो भुले रहे, वांझे रहे, भटकदे रहे, अनेकां जन्मां दे विच कई जन्मां दे विच भटकदे रहे, परमात्मा तो विछड़ के जा पाया ਤਾਂ ਭੁੱਲੇ ਨਾਹੀਂ। ਪਰ ਜਦੋਂ ਉਹਨਾਂ ਨੂੰ ਸੋਝੀ ਆ ਜਾਂਦੀ ਫਿਰ ਉਹ ਭਟਕਦੇ ਨਹੀਂ, ਫਿਰ ਭਟਕਣਾ ਤੋਂ ਬਚ ਜਾਂਦੇ ਨੇ। ਜਾਂ ਕਾ ਕਾਰਜ ਸੋਈ ਪਰ ਜਾਣੇ, ਜੇ ਗੁਰ ਕੇ ਸ਼ਬਦ ਸਮਾਹੀ। ਜਿਸ ਮਾਲਕ ਦਾ ਕੰਮ ਹੈ ਕਾਰਜ ਹੈ ਉਹੀ ਜਾਣਦਾ ਹੈ। ਭਾਵ ਕਿ ਇਹ ਸ੍ਰਿਸ਼ਟੀ ਰਚਨਾ, ਇਹ ਸੰਸਾਰ ਜਿਹੜਾ ਹੈ ਇਹ ਉਹਦਾ ਕੰਮ ਹੈ, ਇਹ ਉਹਦਾ ਕਾਰਜ ਹੈ। ਜਾਂ ਕਾ ਕਾਰਜ ਸੋਈ ਪਰ ਜਾਣੇ, ਅਸੀਂ ਨਹੀਂ ਇਹਦੇ ਬਾਰੇ ਕੋਈ ਸੋਝੀ ਰੱਖ ਸਕਦੇ, ਉਹੀ ਜਾਣਦਾ ਹੈ ਜਿਹਨੇ ਇਹ ਬਣਾਇਆ ਹੈ, ਰਚਿਆ ਹੈ। ਇਹਦੇ ਬਾਰੇ ਦੇ ਵਿੱਚ ਗਿਆਨ ਸਮਝ ਵੀ ਉਸ ਪਰਮਾਤਮਾ ਨੂੰ ਹੀ ਹੈ ਜਿਸ ਨੇ ਇਹ ਪੈਦਾ ਕੀਤਾ ਹੈ। ਜੇ ਗੁਰ ਕੇ ਸ਼ਬਦ ਸਮਾਹੀ, ਜਾਂ ਕਾ ਕਾਰਜ ਸੋਈ ਪਰ ਜਾਣੇ। ਜੇ ਗੁਰ ਕੇ ਸ਼ਬਦ ਸਮਾਹੀ, ਜਿਹੜੇ ਇਸ ਗੱਲ ਨੂੰ ਸਮਝ ਲੈਂਦੇ ਨੇ, ਜਾਣ ਲੈਂਦੇ ਨੇ, ਗੁਰੂ ਦੇ ਸ਼ਬਦ ਦੇ ਦੁਆਰਾ ਉਸ ਮਾਲਕ ਦੇ ਵਿੱਚ ਉਹ ਅਭੇਦ ਹੋ ਜਾਂਦੇ ਨੇ। ਆਖਰੀ ਪੰਕਤੀਆਂ ਦੇ ਵਿੱਚ ਸਾਹਿਬ ਕਹਿੰਦੇ ਨੇ, ਤੇਰਾ ਸ਼ਬਦ ਤੂੰ ਹੈ ਆਪੇ ਭਰਮ ਕਹਾਹੀ। ਸ਼ਬਦ ਦਾ ਇੱਥੇ ਮਤਲਬ ਹੁਕਮ ਹੈ। ਤੇਰਾ ਸ਼ਬਦ ਤੂੰ ਹੈ ਆਪੇ। हे ਵਾਹਿਗੁਰੂ, ਤੇਰਾ ਹੁਕਮ, ਤੂੰ ਆਪ ਹੀ ਹੁਕਮ ਰੂਪ ਹੈ। ਤੂੰ ਹੈ ਆਪੇ, ਤੂੰ ਆਪ ਹੀ ਹੈ। ਆਪੇ ਹੁਕਮ ਵਰਤਾਉਣ ਵਾਲਾ ਹੈ, ਆਪੇ ਹੀ ਤੂੰ ਹੁਕਮ ਰੂਪ ਹੈ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ। ਰਸੀਆ ਵੀ ਆਪੇ ਹੀ ਹੈ, ਮਾਨਣ ਵਾਲਾ ਵੀ, ਰਸ ਮਾਨਣ ਵਾਲਾ। ਰਸ ਵੀ ਆਪੇ ਹੀ ਹੈ, ਮੱਛੀ ਵੀ ਆਪੇ ਹੀ ਹੈ, ਮਛਲੀ ਵੀ ਆਪੇ ਹੀ ਹੈ। ਇਹ ਏਕਤਾ ਤੇ ਅਨੇਕਤਾ ਦਾ ਜਿਹੜਾ ਦ੍ਰਿਸ਼ਟਾਂਤ ਹੈ ਉਹਦੇ ਰਾਹੀਂ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ। ਭਰਮ ਕਹਾਂ ਹੀ, ਫਿਰ ਭਰਮ ਕਿੱਥੇ ਰਹਿ ਜਾਂਦਾ ਹੈ ਜਦੋਂ ਇਸ ਗੱਲ ਦੀ ਸਮਝ ਆ ਜਾਵੇ। ਕਹਾਂ ਹੀ ਕਿੱਥੇ ਹੈ, ਭਰਮ ਕਹਾਂ ਹੀ, ਫਿਰ ਭਰਮ ਕਿੱਥੇ ਜਿਹਨੂੰ ਇਸ ਗੱਲ ਦੀ ਸਮਝ ਆ ਗਈ ਕਿ ਵਾਹਿਗੁਰੂ ਆਪੇ ਹੀ ਸਭ ਕੁਝ ਹੈ। ਜੀਵ ਵੀ ਆਪੇ ਹੀ ਹੈ ਤੇ ਜੀਵਾਂ ਤੋਂ ਵੱਖਰਾ ਵੀ ਆਪੇ ਹੀ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਬਹੁ ਰੰਗਾਂ ਦੇ ਵਿੱਚ ਵੀ ਆਪ ਹੀ ਹੈ ਤੇ ਇੱਕ ਰੰਗ ਦੇ ਵਿੱਚ ਵੀ ਉਹ ਆਪੇ ਹੀ ਹੈ। ਨਾਨਕ ਤਤ ਤਤ ਸਿਉ ਮਿਲਿਆ, ਪੁਨਰਪ ਜਨਮ ਨਾ ਆਹੀ। हे ਨਾਨਕ ਆਖ। ਦੀਨ ਦੁਨੀਆ ਦੇ ਮਾਲਕ ਦੀ ਮੋਹਰ ਲਾ ਕੇ ਗੁਰੂ ਅਮਰਦਾਸ ਮਹਾਰਾਜ ਸਾਨੂੰ ਸਮਝਾਉਂਦੇ ਹਨ, ਤਤ ਤਤ ਸਿਉ ਮਿਲਿਆ। ਜਦੋਂ ਤਤ ਦੇ ਨਾਲ ਤਤ ਮਿਲ ਜਾਂਦਾ ਹੈ, ਪਰਮ ਤਤ ਦੇ ਨਾਲ ਜੀਵ ਤਤ ਦੀ ਅਭੇਦਤਾ ਹੋ ਜਾਂਦੀ ਹੈ। ਪੁਨਰਪ ਜਨਮ ਨਾ ਆਹੀ, ਫਿਰ ਮਨੁੱਖ ਮੁੜ ਜਨਮਾਂ ਦੇ ਵਿੱਚ ਨਹੀਂ ਆਉਂਦਾ। ਪੁਨਰਪ ਦਾ ਮਤਲਬ ਮੁੜ ਕੇ, ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦਾ, ਭਟਕਣਾ ਤੋਂ, ਭਰਮ ਤੋਂ ਰਹਿਤ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਜੀ ਨੇ ਸਾਨੂੰ ਇਹੀ ਸਮਝਾਇਆ ਹੈ ਕਿ ਮਾਲਕ ਵਾਹਿਗੁਰੂ ਅਕਾਲ ਪੁਰਖ ਆਪ ਹੀ ਸਭ ਜੀਵਾਂ ਦੇ ਵਿੱਚ ਵਰਤਣ ਵਾਲਾ ਹੈ। ਸੰਸਾਰ ਦੀ ਕਾਰ ਵਿਹਾਰ ਆਪੇ ਹੀ ਕਰਨ ਵਾਲਾ ਹੈ, ਉਸ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਹੈ। ਵਿਚਾਰਾਂ ਕਰਦਿਆਂ ਅਨੇਕ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਫਤਿਹ ਦੀ ਸਾਂਝ ਕਰੀਏ। ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ